ਕਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੀ ਅੱਜ ਵੱਡੀ ਜਿੱਤ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਜਿਹੜੇ ਸਵਾਲ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚੁੱਕਦੇ ਆ ਰਹੇ ਸੀ, ਉਹਨਾਂ ਸਵਾਲਾਂ ਨੂੰ ਅੱਜ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵੱਲੋਂ ਹੱਲ ਕਰ ਦਿੱਤਾ ਗਿਆ। ਏਜੀ ਨੂੰ ਜਿਹੜਾ ਉਹਨੇ ਅਸਤੀਫਾ ਭੇਜਿਆ ਸੀਗਾ, ਉਹਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਕੱਲ ਨੂੰ ਨਵਾਂ ਏਜੀ ਲਗਾ ਦਿੱਤਾ ਜਾਵੇਗਾ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਡੀਜੀਪੀ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਦਲ ਦਿੱਤਾ ਜਾਊਗਾ। ਹੁਣ ਸਾਰੇ ਸਿਆਸੀ ਸਮੀਕਰਨ ਕੀ ਬਣਨਗੇ, ਨਵਜੋਤ ਸਿੰਘ ਸਿੱਧੂ ਅੱਗੇ ਕਿਸ ਤਰੀਕੇ ਨਾਲ ਚੱਲਣਗੇ। ਨਵਜੋਤ ਸਿੰਘ ਸਿੱਧੂ ਹੁਣ ਪ੍ਰਧਾਨਗੀ ਸਾਂਭ ਲੈਣਗੇ, ਕੱਲ ਨੂੰ ਅਸਤੀਫਾ ਮਨਜ਼ੂਰ ਹੋ ਗਿਆ, ਲੰਬੇ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਸਾਂਭਣਗੇ। ਹੁਣ ਸਮੀਕਰਨ ਕਿਹੋ ਜਿਹੇ ਬਣਨਗੇ, ਹੁਣ ਨਵਜੋਤ ਸਿੰਘ ਸਿੱਧੂ ਦਾ ਅਗਲਾ ਪਲਾਨ ਕੀ ਹੋਊਗਾ, ਸਾਰੀਆਂ ਗੱਲਾਂ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਆਖੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਜੀ। ਆਖੀ ਸਾਹਿਬ, ਦੇਰ ਆਏ ਦਰੁਸਤ ਆਏ। ਅੱਜ ਚਲੋ ਚਰਨਜੀਤ ਸਿੰਘ ਚੰਨੀ ਹੋਣਾ ਦੇ ਵੱਲੋਂ ਇੱਕ ਫੈਸਲਾ ਲੈ ਲਿਆ ਗਿਆ। ਇਹ ਅਸੀਂ ਇਸ ਲਈ ਨਹੀਂ ਕਹਿ ਰਹੇ ਕਿ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਿਹਾ ਸੀਗਾ ਕਿ ਭਾਈ ਏਜੀ ਨੂੰ ਬਦਲ ਦਿਓ, ਡੀਜੀਪੀ ਨੂੰ ਬਦਲ ਦਿਓ, ਬਲਕਿ ਪੰਜਾਬ ਦੇ ਬਹੁਤ ਸਾਰੇ ਉਹ ਬੁੱਧੀਜੀਵੀ ਲੋਕ ਜਿਹੜੇ ਆ, ਉਹ ਜਿਹੜੇ ਪੋਲੀਟੀਕਲ ਨੂੰ ਚੰਗੇ ਤਰੀਕੇ ਨਾਲ ਸਮਝਦੇ ਆ ਜਾਂ ਫਿਰ ਅਦਾਲਤੀ ਕਾਰਵਾਈਆਂ ਨੂੰ ਚੰਗੇ ਤਰੀਕੇ ਨਾਲ ਸਮਝਦੇ ਆ, ਉਹ ਲੋਕ ਵੀ ਇਹ ਗੱਲਾਂ ਕਹਿੰਦੇ ਸੀਗੇ ਕਿ ਏਜੀ ਦੀ ਨਿਯੁਕਤੀ ਜਿਹੜੀ ਆ ਉਹ ਸਹੀ ਨਹੀਂ ਹੈਗੀ। ਕਹਿੰਦੇ ਸੀਗੇ ਕਿ ਏਜੀ ਨੂੰ ਖੁਦ ਹੀ ਨਹੀਂ ਲੱਗਣਾ ਚਾਹੀਦਾ ਸੀ ਤੇ ਨਾ ਹੀ ਪੰਜਾਬ ਸਰਕਾਰ ਨੂੰ ਲਗਾਉਣਾ ਚਾਹੀਦਾ ਸੀ, ਤੇ ਜੇ ਲਗਾ ਹੀ ਲਿਆ ਸੀ, ਜੇ ਰੌਲਾ ਪੈ ਹੀ ਗਿਆ ਸੀ ਤਾਂ ਫਿਰ ਬਦਲ ਦੇਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ, ਜਿਵੇਂ ਆਪਾਂ ਕਹਿ ਕੇ ਹਟੇ ਹਾਂ ਕਿ ਏਜੀ ਦਾ ਅਸਤੀਫਾ ਮਨਜ਼ੂਰ ਹੋ ਗਿਆ, ਡੀਜੀਪੀ ਨੂੰ ਬਦਲਣ ਦੀ ਗੱਲ ਹੋਈ ਹੈ, ਕਿਵੇਂ ਦੇਖਦੇ ਹੋ? ਉਹ ਕਹਿੰਦੇ ਹੁੰਦੇ ਨਾ, ਚਲੋ ਮਾਫ ਕਰਨਾ, ਮੈਂ ਥੋੜਾ ਜਿਹਾ ਜਿਹੇ ਸ਼ਬਦ ਜਿਹੜੇ ਵਰਤਣ ਲੱਗਿਆ, ਥੋੜਾ ਨੁਕਸਾਨ ਤਾਂ ਜ਼ਰੂਰ ਕਰਾ ਲਿਆ ਪਾਰਟੀ ਪੱਧਰ ਤੇ ਵੀ ਤੇ ਕੇਸ ਦੇ ਵਿੱਚ ਵੀ, ਕਿਉਂਕਿ ਜਿਸ ਤਰੀਕੇ ਦੇ ਦਲੀਲ ਦਿੱਤੀ ਸੀ ਏਜੀ ਨੇ ਕਿ ਡੇਰਾ ਸਿਰਸਾ ਮੁਖੀ ਨੂੰ ਇੱਥੇ ਲਿਆਉਣਾ, ਤਾਂ ਫਿਰ ਅੱਗੋਂ ਉਹਦੀ ਦਲੀਲ 'ਚ ਹੀ ਉਹਨੂੰ ਫਸਾ ਲਿਆ ਸੀ ਡੇਰਾ ਮੁਖੀ ਦੇ ਵਕੀਲ ਨੇ। ਨੁਕਸਾਨ ਤਾਂ ਜ਼ਰੂਰ ਹੋ ਗਿਆ, ਪਰ ਜਿਵੇਂ ਕਹਿੰਦੇ ਹੁੰਦੇ ਨਾ ਵੀ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ, ਕੰਮ ਫੇਰ ਉੱਥੇ ਹੀ ਆ ਗਿਆ। ਤਾਂ ਫਿਰ ਕਿਵੇਂ ਦੇਖਦੇ ਹੋ ਚੰਨੀ ਸਰਕਾਰ ਦੇ ਇਸ ਫੈਸਲੇ ਨੂੰ, ਜਿਹੜੇ ਏਜੀ ਨੂੰ ਬਦਲ ਦਿੱਤਾ ਗਿਆ? ਮੰਨ ਲਓ ਕੱਲ ਨੂੰ ਨਵੀਂ ਅਪਾਇੰਟਮੈਂਟ ਹੋ ਜੂਗੀ ਤੇ ਨਾਲ ਹੀ ਨਾਲ ਜਿਹੜਾ ਹੈਗਾ ਡੀਜੀਪੀ ਬਦਲਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ ਸਿੱਧੂ ਸਾਹਿਬ, ਜਿਹੜੀ ਇੱਕ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕਰਦੇ ਬਿਆਨ ਕੀਤਾ ਕਿ ਨਵਜੋਤ ਸਿੱਧੂ ਦੀ ਜਿੱਤ ਹੋਈ, ਇਹ ਨਵਜੋਤ ਸਿੱਧੂ ਦੀ ਆਪਾਂ ਜਿੱਤ ਨਾ ਕਹੀਏ, ਇਹ ਹੀ ਪੰਜਾਬ ਦੇ ਸਮੁੱਚੇ ਲੋਕਾਂ, ਜਿਹੜੇ ਪੰਜਾਬ ਦੀ ਸਿੱਖ ਮਾਨਸਿਕਤਾ ਜਾਂ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ, ਜਿਨ੍ਹਾਂ ਦੀ ਤਰਜਮਾਨੀ ਨਵਜੋਤ ਸਿੱਧੂ ਕਰਦਾ ਰਿਹਾ, ਇਹ ਉਹਨਾਂ ਦੀ ਜਿੱਤ ਹੋਈ ਹੈ। ਕਿਉਂਕਿ ਇਹਦੇ ਵਿੱਚ ਨਵਜੋਤ ਸਿੱਧੂ ਦੀ ਜਿੱਤ ਤਾਂ ਹੀ ਤਾਂ ਕਿ ਨਾ, ਜੇ ਇਹਦਾ ਕੋਈ ਨਿੱਜੀ ਏਜੰਡਾ ਹੁੰਦਾ ਉਹ ਤਾਂ ਪਹਿਲੇ ਦੱਸ ਚੁੱਕਿਆ ਕਿ ਸਿਰਫ ਨਵਜੋਤ ਸਿੰਘ ਸਿੱਧੂ ਹੀ ਨਹੀਂ ਕਹਿੰਦੇ ਸੀ, ਸਗੋਂ ਜਿਹੜੇ ਲੋਕ ਅਦਾਲਤੀ ਕਾਰਵਾਈਆਂ ਨੂੰ ਸਮਝਦੇ ਆ, ਬੁੱਧੀਜੀਵੀ ਲੋਕ ਨੇ, ਉਹ ਗੱਲਾਂ ਕਹਿੰਦੇ ਸੀ ਕਿ ਨਿਯੁਕਤੀਆਂ ਠੀਕ ਨਹੀਂ ਹੋਈਆਂ। ਮੈਂ ਉਧਰ ਹੀ ਲੱਗਾ ਸਾਂ ਹੁਣ ਸਿੱਧੂ ਸਾਹਿਬ, ਮੈਂ ਉਸੇ ਪਾਸੇ ਲੱਗਾ ਹੁਣ। ਤਾਂ ਇਹ ਜਿਹੜੀ ਜਿੱਤ ਹੈ, ਇਹ ਪੰਜਾਬੀ ਮਾਨਸਿਕਤਾ ਦੀ, ਪੰਜਾਬੀ ਲੋਕਾਂ ਦੀ ਉਹਨਾਂ ਮਾਨਸਿਕਤਾ ਦੀ ਜਿੱਤ ਆ ਕਿ ਜਿਹਦੀ ਰਿਪਰੈਜ਼ੈਂਟੇਸ਼ਨ ਜਿਹੜੀ ਇਸ ਚੰਨੀ ਸਰਕਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਰਦਾ ਪਿਆ ਸੀ। ਠੀਕ ਆ ਕਿ ਇਹ ਬੜੇ ਚਿਰ ਤੋਂ ਇਹ ਜਿਹੜਾ ਅੱਜ ਇਹ ਗੱਲ ਹੋਈ ਆ, ਜਿਸ ਤਰ੍ਹਾਂ ਅਸਤੀਫਾ ਮਨਜ਼ੂਰ ਕੀਤਾ, ਤਾਂ ਸਿੱਧੂ ਸਾਹਿਬ ਇਹ ਅਸਤੀਫਾ ਜੇਕਰ ਅੱਜ ਤੋਂ 6 ਦਿਨ ਪਹਿਲਾਂ ਜਾਂ 7 ਦਿਨ ਪਹਿਲਾਂ ਜਿਸ ਦਿਨ ਦੀਵਾਲੀ ਗਿਫਟ ਦਿੱਤਾ, ਇਹ ਉਸ ਦਿਨ ਚੰਨੀ ਸਰਕਾਰ ਇੰਨੀ ਗੱਲ ਕਹਿ ਦਿੰਦੀ ਕਿ ਅਸਤੀਫਾ ਮਨਜ਼ੂਰ ਆ, ਤਾਂ ਸ਼ਾਇਦ ਇਹਨਾਂ ਵਾਦ ਵਿਵਾਦ ਇਹ ਬਣਦਾ ਹੀ ਨਾ, ਜਾਂ ਇਹੋ ਜਿਹੀਆਂ ਸਥਿਤੀਆਂ ਬਣਦੀਆਂ ਹੀ ਨਾ। ਪਰ ਚਲੋ ਦੇਰ ਆਏ ਦਰੁਸਤ ਆਏ। ਪਰ ਦੇਰ ਆਏ ਦਰੁਸਤ ਆਏ, ਇਹ ਤਾਂ ਹੀ ਦੇਰ ਆਏ ਦਰੁਸਤ ਆਏ ਕਿਉਂਕਿ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਚਿਹਰਾ, ਜਿਹੜਾ ਹਮੇਸ਼ਾ ਚਰਨਜੀਤ ਸਿੰਘ ਚੰਨੀ ਦੇ ਸੱਜੇ ਜਾਂ ਖੱਬੇ ਹੁੰਦਾ, ਅੱਜ ਉਹ ਚਿਹਰਾ ਮੌਜੂਦ ਨਹੀਂ ਸੀ। ਤਾਂ ਉਹਦੇ ਤੋਂ ਪੰਜਾਬ ਦੀ ਜਿਹੜੀ ਕਾਂਗਰਸ ਦੀ ਜਿਹੜੀ ਪੋਲੀਟਿਕਸ ਜਾਂ ਉਸਦੇ ਸਮੀਕਰਨ ਨੇ, ਉਹਨਾਂ ਨੂੰ ਸਮਝਣ ਦੇ ਵਿੱਚ ਬੜੀ ਸਹਾਇਤਾ ਮਿਲ ਸਕਦੀ ਹੈ। ਇਹ ਸਿੱਧੂ ਸਾਹਿਬ, ਜੇਕਰ ਉਹ ਨਹੀਂ ਤਾਂ ਇਹ ਆ, ਜੇ ਇਹ ਨਹੀਂ ਤੇ ਉਹ ਆ। ਉਸ ਮੰਤਰੀ ਵੱਲੋਂ ਜਿਹੜਾ ਕਦੇ ਚਰਨਜੀਤ ਸਿੰਘ ਚੰਨੀ ਹੋਣ ਦੀ ਪ੍ਰੈਸ ਕਾਨਫਰੰਸ ਨੂੰ ਰਿਪਰੈਜ਼ੈਂਟ ਕਰਦਾ, ਉਹਨਾਂ ਤੋਂ ਮਗਰੋਂ। ਤਾਂ ਪੂਰਨ ਤੌਰ ਤੇ ਜੇਕਰ ਅਸੀਂ ਇਹਨਾਂ ਮੁੱਦਿਆਂ ਦੇ ਆਧਾਰ ਤੇ ਗੱਲ ਕਰੀਏ ਕਿ ਕਿਹੜੇ ਮੰਤਰੀ ਕੀ ਕਰਦੇ ਪਏ ਜਾਂ ਕੀ ਨਹੀਂ ਕਰਦੇ ਪਏ, ਉਹ ਇੱਕ ਵੱਖਰੀ ਗੱਲ ਆ। ਜਿਸ ਤਰੀਕੇ ਨਾਲ 2 ਦਿਨ ਜਾਂ 3 ਦਿਨ ਦੀ ਜਿਹੜੀ ਪ੍ਰੈਸ ਕਾਨਫਰੰਸ ਰਹੀ ਆ, ਕੱਲ ਦੀ ਔਰ ਉਸ ਤੋਂ ਪਹਿਲਾਂ ਦੀ ਵੀ, ਤੇ ਅੱਜ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਕਾਰੀਡੋਰ ਤੇ ਗਏ, ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ, ਸਿਜਦਾ ਕੀਤਾ ਉਸ ਗੁਰੂ ਨਾਨਕ ਨੂੰ, ਜਿਹੜਾ ਮਾਨਵਤਾ ਦਾ ਪਾਂਧੀ ਸੀ ਜਾਂ ਮਾਨਵਤਾ ਦਾ ਜਿਹਨੇ ਹੱਥੀਂ ਕਿਰਤ ਕਰਕੇ ਦਹਾਂ ਨੌਵਾਂ ਦੀ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਤਾਂ ਉਸ
ਕਾਰੀਡੋਰ ਨੂੰ ਖੋਲ੍ਹਣ ਵਾਸਤੇ ਉਹਨਾਂ ਨੇ ਸਿਸਤਾ ਕੀਤਾ ਤੇ ਬੇਨਤੀ ਕੀਤੀ। ਤੇ ਪਰ ਇਹਦੇ ਸਾਰੇ ਕਾਸੇ ਦੇ ਵਿੱਚ ਉਹ ਕਿਤੇ ਬੰਦਾ ਦੂਜਾ ਨਜ਼ਰ ਹੀ ਨਹੀਂ ਆਇਆ, ਉਹਦੀ ਕੋਈ ਗੱਲ ਵੀ ਨਜ਼ਰ ਨਹੀਂ ਆਈ। ਤਾਂ ਕਹਿਣ ਦਾ ਅਰਥ ਹੈ ਸਿੱਧੂ ਸਾਹਿਬ, ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਨਾ, ਬਹੁਤ ਕੁਝ ਇਹਨੇ ਅੱਜ ਸਪਸ਼ਟ ਤੌਰ ਤੇ ਜਵਾਬ ਦੇ ਦਿੱਤੇ ਕਿ ਇਸ ਪਰਦੇ ਦੀ ਪਿਛਲੀ ਸਿਆਸਤ ਨੂੰ ਕੌਣ ਚਲਾ ਰਿਹਾ। ਜੇਕਰ ਏਜੀ ਦਾ ਅਸਤੀਫਾ ਅੱਜ ਮਨਜ਼ੂਰ ਕੀਤਾ ਗਿਆ ਤਾਂ ਸਿਰਫ ਇਸ ਕਰਕੇ ਮਨਜ਼ੂਰ ਕੀਤਾ ਗਿਆ ਕਿਉਂਕਿ ਨਵਜੋਤ ਸਿੱਧੂ ਦਾ ਦਬਾਅ ਇਸ ਪੱਧਰ ਤੱਕ ਹਾਵੀ ਸੀ ਕਿ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਵੀ ਉਸ ਨੂੰ ਇਗਨੋਰ ਨਹੀਂ ਸੀ ਕਰ ਸਕਦੀ। ਤਾਂ ਹੀ ਕਰਕੇ ਸਵਾਲ ਇਹ ਵੀ ਉੱਠ ਰਹੇ ਆ ਕਿ ਜਦੋਂ ਏਜੀ ਦੀ ਨਿਯੁਕਤੀ ਹੋਈ ਤਾਂ ਏਜੀ ਦੀ ਨਿਯੁਕਤੀ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਵਾਲ ਚੁੱਕੇ ਗਏ, ਤਾਂ ਫਿਰ ਜਿਹੜੇ ਅਹਿਮ ਕੇਸ ਸੀ, ਚਾਹੇ ਉਹ ਬੇਅਦਬੀ ਦੇ ਹੋਣ, ਚਾਹੇ ਉਹ ਗੋਲੀ ਕਾਂਡਾ ਦੇ ਹੋਣ, ਉਹਦੇ ਲਈ ਫਿਰ ਇੱਕ ਸਪੈਸ਼ਲ ਵਕੀਲ ਜਿਹੜਾ ਅਪਾਇੰਟ ਕੀਤਾ ਗਿਆ ਆਰਐਸ ਬੈਂਸ। ਯਾਨੀ ਕਿਤੇ ਨਾ ਕਿਤੇ ਫਿਰ ਚੰਨੀ ਸਰਕਾਰ ਨੇ ਗਲਤੀ ਤਾਂ ਆਪਣੀ ਉਦੋਂ ਹੀ ਮੰਨ ਲਈ ਸੀ ਕਿ ਵਾਕਈ ਸਾਡੇ ਤੋਂ ਏਜੀ ਲਾ ਕੇ ਇਹਨੂੰ ਗਲਤੀ ਹੋਈ ਹੈ, ਤਾਂ ਫਿਰ ਉਹਨਾਂ ਕੇਸਾਂ ਦੇ ਲਈ ਹੋਰ ਵਕੀਲ ਲਗਾਇਆ ਗਿਆ। ਇਸੇ ਲਈ ਤੁਸੀਂ ਹੋਰ ਵਕੀਲ ਲਗਾਇਆ ਨਾ, ਕਿਉਂਕਿ ਏਜੀ ਲਗਾ ਕੇ ਤੁਸੀਂ ਏਜੀ ਨੂੰ ਉਹਨਾਂ ਕੇਸਾਂ ਦੇ ਵਿੱਚ ਭੇਜ ਨਹੀਂ ਸਕਦੇ, ਤਾਂ ਫਿਰ ਤੁਸੀਂ ਡਬਲ ਉਹਦੇ ਵਾਸਤੇ ਕੋਈ ਇੱਕ ਹੋਰ ਵਕੀਲ ਲੈ ਰਹੇ ਹੋ। ਇਹਦਾ ਮਤਲਬ ਤੁਸੀਂ ਉੱਥੇ ਗਲਤੀ ਮੰਨ ਲਈ। ਤਾਂ ਫਿਰ ਜਦੋਂ ਗਲਤੀ ਮੰਨ ਲਈ, ਜਦੋਂ ਤੁਸੀਂ ਵਕੀਲ ਹੀ ਹੋਰ ਅਪਾਇੰਟ ਕਰ ਲਿਆ, ਤਾਂ ਫਿਰ ਏਜੀ ਨਾ ਬਦਲਣ ਦੀ ਮਜਬੂਰੀ ਕੀ ਸੀ? ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕ ਢਿੰਡੋਰਾ ਪਿੱਟਦੇ ਸੀਗੇ ਉਸ ਸਮੇਂ ਕਿ ਭਾਈ ਸਾਨੂੰ ਤਾਂ ਇਨਸਾਫ ਚਾਹੀਦਾ, ਸਾਨੂੰ ਤਾਂ ਇਨਸਾਫ ਚਾਹੀਦਾ, ਉਹਨਾਂ ਲੋਕਾਂ ਨੂੰ ਫਿਰ ਦਿਸਿਆ ਨਾ ਵੀ ਇਹ ਚੀਜ਼ ਇੱਥੇ ਗਲਤ ਹੋ ਗਈ। ਉਹ ਲੋਕਾਂ ਨੇ ਆਵਾਜ਼ ਕਿਉਂ ਨਹੀਂ ਚੱਕੀ? ਉਹ ਸਿਰਫ ਲੋਕੀ ਕੁਰਸੀ ਨੂੰ ਚਿੰਬੜੇ ਬੈਠੇ ਆ। ਅਣਖੀ ਸਾਹਿਬ, ਚਲੋ ਆਪਾਂ ਨਾਮ ਕਾਹਨੂੰ ਲੈਣਾ, ਚਲੋ ਐਡੀ ਵੀ ਕੀ ਗੱਲ ਹੈ। ਬਹੁਤ ਸਾਰੇ ਜਿਹੜੇ ਮੰਤਰੀ ਇਸ ਵਕਤ ਸੈਕੰਡ ਨੰਬਰ ਤੇ ਬੈਠੇ ਨੇ, ਉਹ ਲੋਕ ਜਿਹੜੇ ਪਹਿਲਾਂ ਟੱਪ ਕੇ ਨਾਮ ਲੈਂਦੇ ਹੁੰਦੇ ਸੀ, ਬੇਅਦਬੀ ਬੇਅਦਬੀ ਬੇਅਦਬੀ, ਗੋਲੀਕਾਂਡ 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 ਕਰਦੇ ਹੁੰਦੇ ਸੀ, ਤਾਂ ਹੁਣ ਪਿਛਲੇ ਦਿਨਾਂ ਦੇ ਵਿੱਚੋਂ ਫੋਟੋਆਂ ਤੋਂ ਇਲਾਵਾ ਉਹਨਾਂ ਦੀ ਜ਼ੁਬਾਨ ਬੋਲਦੀ ਹੋਈ ਨਜ਼ਰ ਹੀ ਨਹੀਂ ਆ ਰਹੀ। ਸਿਰਫ ਫੋਟੋਆਂ ਹੀ ਨਜ਼ਰ ਆ ਰਹੀਆਂ ਨੇ। ਕਿਤੇ ਕਾਂਗਰਸੀ ਸ਼ਾਮਿਲ ਕਰਾ ਲਏ, ਕਿਤੇ ਕਿੱਥੇ ਕੀ ਕਰ ਲਿਆ, ਕਿਤੇ ਕਿੱਥੇ ਕੀ ਕਰ ਲਿਆ, ਕਿਤੇ ਕਿਸੇ ਨਾਕੇ ਵਾਲੇ ਐਸਆਈ ਤੇ ਕਾਰਵਾਈ ਕਰਤੀ। ਹੋਰ ਤਾਂ ਕੋਈ ਵੱਡੇ ਮਾਮਲੇ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ ਗਈ। ਉਹ ਤਾਂ ਲੱਭੇ ਹੀ ਨਹੀਂ ਕਿਤੇ। ਉਹਨਾਂ ਦੀ ਜ਼ੁਬਾਨ ਤੇ ਮੈਂ ਪਿਛਲੇ ਕਈ ਦਿਨਾਂ ਤੋਂ ਬੇਅਦਬੀ ਗੋਲੀਕਾਂਡ ਦੇ ਮਾਮਲਿਆਂ ਦਾ ਨਾਮ ਹੀ ਨਹੀਂ ਸੁਣਿਆ, ਉਹ ਤਾਂ ਗਾਇਬ ਹੀ ਹੋ ਗਏ। ਦੇਖੋ ਸਿੱਧੂ ਸਾਹਿਬ, ਤੁਸੀਂ ਤੇ ਬਹੁਤ ਜ਼ਿਆਦਾ ਜਿਹੜੇ ਪ੍ਰਸ਼ਨ ਇੱਕਦਮ ਹੀ ਫਾਇਰ ਜਿਹੜੇ ਮੇਰੇ ਤੇ ਸ਼ੁਰੂ ਕਰਤੇ। ਮੈਂ ਇੱਕ ਗੱਲ ਗੱਲ ਕਰਦਾ ਕਿ ਤੁਸੀਂ ਬੜੇ ਦੂਜੇ ਮੰਤਰੀਆਂ ਦੀ ਗੱਲ ਕੀਤੀ। ਜਿਹੜਾ ਅਸਲ ਬੰਦਾ ਜਿਹੜਾ ਪਰਦੇ ਤੇ ਪਿੱਛੇ ਸਿਆਸਤ ਖੇਡਦਾ ਪਿਆ, ਉਹਦਾ ਵੀ ਨਾਂ ਇੰਡਾਇਰੈਕਟਲੀ ਵੇ ਨਾਲ ਲੈ ਲੈਂਦੇ, ਕਿਉਂਕਿ ਕਹਾਣੀ ਉਹਦੇ ਉੱਤੇ ਆ ਕਿ ਅੱਜ ਦੀ ਤਰੀਕ 'ਚ ਜੇਕਰ ਚਰਨਜੀਤ ਸਿੰਘ ਚੰਨੀ ਉਹਦੇ ਖਿਲਾਫ ਕੁਝ ਬੋਲ ਹੀ ਨਹੀਂ ਸਕਦਾ, ਤੇ ਬਾਕੀ ਮੰਤਰੀਆਂ ਦੀ ਜਿਹੜੇ ਦੂਜੇ ਆਪਣੇ ਪੋਰਟਫੋਲੀਓ ਦੇ ਨਾਲ ਚੱਲਦੇ ਪਏ ਆ, ਉਹਨਾਂ ਨੂੰ ਕੀ ਲੋੜ ਆ ਇਸ ਗੱਲ ਦੇ ਮੁੱਦੇ ਤੇ ਗੱਲ ਕਰਨ ਦੀ? ਜੇਕਰ ਅੱਜ ਤੱਕ ਏਜੀ ਨਹੀਂ ਬਦਲਿਆ ਗਿਆ, ਜੇਕਰ ਏਡੀਸੀਪੀ ਦੀ ਨਿਯੁਕਤੀ ਰੱਦ, ਮਾਫ ਕਰਦਾ, ਕਾਰਜਕਾਰੀ ਡੀਜੀਪੀ ਦੀ ਨਿਯੁਕਤੀ ਰੱਦ ਨਹੀਂ ਹੋਈ, ਤਾਂ ਸਿਰਫ ਔਰ ਸਿਰਫ ਇੱਕ ਵਿਅਕਤੀ ਕਰਕੇ ਨਹੀਂ ਹੋਈ। ਉਹ ਵਿਅਕਤੀ ਜਿਹੜਾ ਕਦੇ ਵੀ ਪਰਦੇ ਦੇ ਉੱਤੇ ਆਣ ਕੇ ਨਾ ਤੇ ਕਿਸੇ ਦੇ ਖਿਲਾਫ ਬੋਲਦਾ, ਨਾ ਕਿਸੇ ਦੇ ਹੱਕ 'ਚ ਬੋਲਦਾ, ਤੇ ਜਦੋਂ ਪਰਦੇ ਤੇ ਆਉਂਦਾ ਤਾਂ ਫਿਰ ਉਰਦੂ ਦੇ ਸ਼ੇਰ, ਇੱਕ ਮੁਖਾਫਤ ਮਤਲਬ ਇੱਕ ਹੋਰ ਤਰੀਕੇ ਦੀ ਸ਼ਬਦਾਵਲੀ ਯੂਜ਼ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ। ਤੇ ਉਹਦੇ ਸਾਹਮਣੇ, ਮਾਫ ਕਰਦਾ, ਉਹਦੇ ਸਾਹਮਣੇ ਸਾਡਾ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਚਰਨ ਸਿੰਘ ਚੰਨੀ ਹੋਣੀ ਪੂਰੇ ਬੌਣੇ ਲੱਗਦੇ ਆ, ਤੇ ਕਦੇ ਉਹਨਾਂ ਨਾਲ ਬੈਠ ਕੇ ਖੁੱਲੀ ਜੀਪ 'ਚ ਘੁੰਮਦੇ ਆ। ਕਹਾਣੀ ਅਸਲ 'ਚ ਸਿੱਧੂ ਸਾਹਿਬ ਇਹ ਆ ਕਿ ਇਸ ਜਿਹੜੀ ਅੱਜ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਆ, ਇਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੰਨਾ ਮਜ਼ਬੂਤ ਨਹੀਂ ਹੈਗਾ ਜਿੰਨਾ ਮਜ਼ਬੂਤ ਇਸ ਪਰਦੇ ਦੀ ਪਿਛਲੀ ਸਿਆਸਤ ਨੂੰ ਚਲਾਉਣ ਵਾਲਾ ਇੱਕ ਵਿਅਕਤੀ ਆ ਜਿਹੜਾ ਮਾਲਵੇ ਖੇਤਰ ਨਾਲ ਸੰਬੰਧਿਤ ਆ। ਤੇ ਜੇਕਰ ਨਵਜੋਤ ਸਿੱਧੂ ਨੇ ਇਹਨਾਂ ਮੁੱਦਿਆਂ ਨੂੰ ਉਠਾਇਆ ਔਰ ਕੇਵਲ 2 ਮੁੱਦਿਆਂ ਦੀ ਨਿਯੁਕਤੀ ਨੂੰ ਰੱਦ ਕਰਨ ਦੀ ਗੱਲ ਕੀਤੀ, ਤਾਂ ਉਹਨਾਂ ਨਿਯੁਕਤੀ ਨੂੰ ਰੱਦ ਹੋਣ ਤੱਕ ਇੰਨਾ ਸਮਾਂ ਬੀਤ ਜਾਵੇ। ਇੱਕ ਮੁੱਖ ਮੰਤਰੀ ਜੇਕਰ ਅੱਜ ਮੀਟਿੰਗ ਕਰਕੇ ਨਵਜੋਤ ਸਿੱਧੂ ਨਾਲ ਤੇ ਤੁਰੰਤ ਕੈਬਨਿਟ ਦੀ ਮੀਟਿੰਗ 'ਚ ਉਸਦਾ ਐਲਾਨ ਕਰਦਾ ਅਸਤੀਫਾ ਮਨਜ਼ੂਰ, ਇਹੋ ਹੀ ਮੁੱਖ ਮੰਤਰੀ ਆ ਜਿਹੜਾ 4 ਦਿਨ ਕਹਿੰਦਾ ਅਸਤੀਫਾ ਆਇਆ ਹੀ ਨਹੀਂ, ਅਸਤੀਫਾ ਦਿੱਤਾ ਹੀ ਨਹੀਂ। ਤੇ ਦੂਜਾ ਉਹ ਬੰਦਾ ਜਿਹਨੇ ਅਸਤੀਫਾ ਦੇ ਦਿੱਤਾ ਹੋਵੇ, ਇੰਨੀ ਗੱਲ ਤਾਂ ਆਪਣੇ ਹੀ ਪ੍ਰਧਾਨ ਦੀ, ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਉੱਤੇ ਇਹੋ ਜਿਹੇ ਪ੍ਰਸ਼ਨ ਚਿੰਨ੍ਹ ਉਠਾਉਂਦਾ ਕਿ ਹਾਂ ਭਈ ਤੁਸੀਂ ਐਡਵੋਕੇਟ ਜਨਰਲ ਤੇ ਹਾਈ ਕੋਰਟ ਦੇ ਸਰਕਾਰ ਦੇ ਮਸਲਿਆਂ ਵਿੱਚ ਤੁਸੀਂ ਇੱਕ ਫਾਸਲਾ ਪੈਦਾ ਕਰ ਰਹੇ ਜੇ, ਇੱਕ ਰਤਨ ਪੈਦਾ ਕਰ ਰਹੇ, ਤੇ ਇਸ ਦਾ ਕੀ ਅਰਥ ਨਿਕਲਦਾ? ਸਿਆਸਤ ਨੂੰ ਅੱਜ ਦੀ ਮੌਜੂਦਾ ਚੰਨੀ ਸਰਕਾਰ ਨੂੰ ਚਰਨਜੀਤ ਸਿੰਘ ਚੰਨੀ ਨਹੀਂ ਜੇ ਚਲਾ ਰਿਹਾ, ਇਹਦੇ ਪਿਛਲੀ ਸਿਆਸਤ ਨੂੰ ਇੱਕ ਉਹ ਵਿਅਕਤੀ ਚਲਾ ਰਿਹਾ ਜਿਹੜਾ ਪਰਦੇ ਦੇ ਪਿੱਛੇ ਰਹਿ ਕੇ ਇਹ ਲੰਮੀ ਰੇਸ ਦੀ ਤਲਾਸ਼। ਜਿਹੜੇ ਨਾ ਕਮੈਂਟ ਕਰਨ ਵਾਲੇ ਆਪਣੇ ਪ੍ਰੋਗਰਾਮਾਂ ਦੇ ਹੇਠਾਂ ਵੀ ਜਾ ਕੇ ਕਰਦੇ ਆ, ਹੋਰਾਂ ਚੱਲਣਾ ਦੇ ਹੇਠਾਂ ਵੀ ਜਾ ਕੇ ਕਰਦੇ ਆ। ਬਹੁਤ ਸਾਰੇ ਵਿਦਵਾਨ ਆਪਣੇ ਆਪ ਲੋਕੀ ਸਮਝਦੇ, ਚਲੋ ਉਹਨਾਂ ਦਾ ਕੰਮ ਹੈ, ਆਪਾਂ ਕੀ ਕਰ ਸਕਦੇ ਹਾਂ, ਸਿਰਫ ਉਹਨਾਂ ਤੇ ਟਿੱਪਣੀਆਂ ਕਰ ਸਕਦੇ ਆ। ਉਹ ਵੀ ਲੋਕ ਜਿਹੜੇ, ਜਦੋਂ ਤੁਸੀਂ ਆਪਾਂ ਕਹਿੰਦੇ ਆ ਨਾ, ਜਦੋਂ ਆਪਾਂ ਆਪਣੀ ਸੱਚਾਈ ਦੱਸਦੇ ਆ ਕਿ ਭਾਈ ਆ ਜਿਵੇਂ ਹੁਣ ਤੁਸੀਂ ਕਹਿਤਾ
ਕਿ ਚੰਨੀ ਉਹਨਾਂ ਮਜ਼ਬੂਤ ਮੁੱਖ ਮੰਤਰੀ ਨਹੀਂ ਹੈਗਾ, ਤੇ ਉਹਨਾਂ ਦੇ ਕਈਆਂ ਦੇ ਢਿੱਡੀ ਪੀੜ ਹੁੰਦੀ ਹੈ ਵੀ ਸਾਡੀ ਚੰਨੀ ਦੇ ਨਾਲ ਕੋਈ ਦੁਸ਼ਮਣੀ ਹੈ। ਜਦੋਂ ਚੰਨੀ ਨੇ ਸ਼ੁਰੂਆਤ ਦੇ ਵਿੱਚ ਚੰਗੇ ਕੰਮ ਕਰ ਰਿਹਾ, ਅੱਜ ਚੰਗੇ ਕੰਮ ਕੀਤੇ ਆ, ਤੇ ਉਹਦੀ ਅਸੀਂ ਤਾਰੀਫ ਕਰਨੀ ਬਣਦੀ ਹੈ। ਜੇ ਕੋਈ ਗਲਤ ਕਰੂਗਾ ਤਾਂ ਅਸੀਂ ਗਲਤ ਵੀ ਕਹਾਂਗੇ। ਨਵਜੋਤ ਸਿੰਘ ਸਿੱਧੂ ਨੇ ਜਿੱਥੇ ਸਲਾਹਕਾਰ ਨਿਯੁਕਤ ਕੀਤੇ, ਉੱਥੇ ਅਸੀਂ ਕਿਹਾ ਵੀ ਉਹਨੂੰ ਇਹ ਚੀਜ਼ਾਂ ਕਰਨੀਆਂ ਨਹੀਂ ਬਣਦੀਆਂ, ਮਜੀਠੀਆ ਨੂੰ ਬਹੁਤਾ ਭਾਅ ਦੇਣਾ ਨਹੀਂ ਬਣਦਾ। ਅਸੀਂ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਕੀਤੀਆਂ। ਔਰ ਆਪਾਂ ਕੁਝ ਦਿਨ ਪਹਿਲਾਂ ਅੰਕਿਤ ਸਾਹਿਬ 10-12 ਦਿਨ ਪਹਿਲਾਂ ਪ੍ਰੋਗਰਾਮ ਦੇ ਵਿੱਚ ਇਹ ਚੀਜ਼ ਆਪਾਂ ਪਹਿਲਾਂ ਹੀ ਨਸ਼ਰ ਕਰਤੀ ਸੀ, ਸ਼ਾਇਦ ਆਪਣੇ ਕੁਝ ਦਰਸ਼ਕਾਂ ਨੂੰ ਚੇਤਾ ਹੋਵੇ। ਆਪਾਂ ਕਹਿੰਦਾ ਸੀ ਕਿ ਭਾਈ ਹਾਈ ਕਮਾਨ ਵੱਲੋਂ ਹੁਕਮ ਆ ਗਿਆ ਵੀ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਕਹਿ ਰਿਹਾ ਉਸ ਤਰੀਕੇ ਦੇ ਨਾਲ ਅਫਸਰ ਬਦਲ ਦਿਓ। ਉਦੋਂ ਬਹੁਤ ਸਾਰੇ ਲੋਕਾਂ ਦਾ ਬੜਾ ਢਿੱਡ ਦੁਖਿਆ ਸੀਗਾ, ਬੜੇ ਕਮੈਂਟ ਕੀਤੇ ਉਹਨਾਂ ਨੇ ਵੀ ਤੁਸੀਂ ਸੋਨੀਆ ਗਾਂਧੀ ਤੋਂ ਸੁਣ ਕੇ ਆਪ ਸੁਣ ਕੇ ਆਏ ਆ, ਤੁਹਾਨੂੰ ਸੋਨੀਆ ਗਾਂਧੀ ਨੇ ਫੋਨ ਕਰਕੇ ਦੱਸਿਆ ਜਾਂ ਕੁਝ ਵੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਵੀ ਅਸੀਂ ਜਿਹੜੀ ਖਬਰ ਦੱਸਦੇ ਹਾਂ ਉਹ ਖਬਰ ਜਿਹੜੀ ਆ ਅਸੀਂ ਪੂਰੇ ਘੋਖ ਕਰਨ ਤੋਂ ਬਾਅਦ, ਪੜਤਾਲ ਕਰਨ ਤੋਂ ਬਾਅਦ ਜਿਹੜੀ ਆ ਉਹ ਖਬਰ ਦੱਸਦੇ ਆ। ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਜਦੋਂ ਸਾਰੇ ਚੈਨਲ ਜਿਹੜੇ ਕਿਆਸ ਰਾਈਆਂ ਲਗਾ ਰਹੇ ਸੀ, ਉਦੋਂ ਅਸੀਂ ਆਪਣੇ ਚੈਨਲ ਦੇ ਉੱਪਰ ਪੁਖਤਾ ਜਾਣਕਾਰੀ ਦਿੰਦੇ ਰਹੇ ਆ, ਤੇ ਉਹ ਹਰ ਜਾਣਕਾਰੀ ਜਿਹੜੀ ਉਹ ਸਹੀ ਹੋਈ ਹੈ। ਹੁਣ ਤੱਕ ਵੀ ਅਸੀਂ ਸਹੀ ਦਿੰਦੇ ਆ ਰਹੇ ਹਾਂ ਜਾਣਕਾਰੀ। ਅਸੀਂ ਜਿਹੜੀ ਕੁਝ ਗੱਲ ਬੋਲਦੇ ਹਾਂ ਉਹ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ ਬੋਲਦੇ ਹਾਂ। ਸਾਨੂੰ ਵੀ ਪਤਾ ਕੱਲ ਨੂੰ ਅਸੀਂ ਵੀ ਸਾਨੂੰ ਕਿਤੇ ਨਾ ਕਿਤੇ ਕੋਈ ਸਾਡੀ ਵੀ ਜਵਾਬਦਾਰੀ ਕੋਈ ਲੈ ਸਕਦਾ। ਇਸ ਕਰਕੇ ਅਸੀਂ ਬਿਨਾਂ ਗੱਲ ਤੋਂ ਜਾਂ ਬਿਨਾਂ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਕਰਦੇ। ਬਹੁਤ ਸਾਰੇ ਲੋਕ ਅਣਖੀ ਸਾਹਿਬ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਖਬਰ ਦੇਣ ਤੋਂ ਬਾਅਦ ਆਪਾਂ ਬੜੀ ਮਿਹਨਤ ਦੇ ਨਾਲ ਖਬਰ ਕੱਢ ਕੇ ਲੈ ਕੇ ਆਏ ਹੁੰਦੇ ਆ। ਹੋ ਸਕਦਾ ਕਿ ਉਹ ਕੁਝ ਦਿਨਾਂ ਬਾਅਦ ਉਹ ਚੀਜ਼ ਆਉਣੀ ਹੋਵੇ, ਆਪਾਂ ਨੂੰ ਕਈ ਵਾਰੀ ਪਹਿਲਾਂ ਇਨਵੈਸਟੀਗੇਸ਼ਨ ਕਰਕੇ ਪਤਾ ਲੱਗ ਜਾਂਦੀ ਹੈ। ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਸ ਗੱਲ ਦਾ ਮਖੌਲ ਉਡਾਉਣ ਦੇ ਲਈ ਆਪਣੇ ਵੱਲੋਂ ਕੁਝ ਹੋਰ ਹੀ ਗੱਲਾਂ ਚੱਕ ਦਿੰਦੇ, ਉਹਨਾਂ ਦੀ ਮੈਂ ਗੱਲ ਕਰ ਰਿਹਾ। ਜੀ ਜੀ, ਬਿਲਕੁਲ ਬਿਲਕੁਲ। ਤਾਂ ਉਹਨਾਂ ਲੋਕਾਂ ਨੂੰ ਜਿਹੜੇ ਮਖੌਲ ਉਡਾਉਂਦੇ ਜਾਂ ਸਾਡੀ ਜਾਣਕਾਰੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੇ, ਤੇ ਇਹ ਕਲੀਅਰ ਕੱਟ ਆ ਕਿ ਜੇਕਰ ਅੱਜ ਚਰਨਜੀਤ ਸਿੰਘ ਚੰਨੀ ਬਕਾਇਦਾ ਤੌਰ ਤੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇੱਕ ਮਾਫ ਕਰਨਾ ਛੋਟੀ ਜਿਹੀ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਕਿ ਜਿਹੜੇ ਲੋਕ ਚਰਨਜੀਤ ਸਿੰਘ ਚੰਨੀ ਦੇ ਗਰੀਬ ਜਾਂ ਅਮੀਰ ਹੋਣ ਬਾਰੇ ਚਰਚਾਵੇਂ ਲਾ ਰਹੇ ਆ, ਜਿਹੜੇ ਕਹਿੰਦੇ ਆ ਕਿ ਇਹ ਲੋਕ ਜਿਹੜੇ ਚਰਨਜੀਤ ਸਿੰਘ ਚੰਨੀ ਦੀ ਆਲੋਚਨਾ ਤਾਂ ਕਰਦੇ ਆ ਕਿ ਚਰਨਜੀਤ ਸਿੰਘ ਚੰਨੀ ਇੱਕ ਥੱਲਿਓਂ ਉੱਠਿਆ ਉੱਪਰ ਉੱਠ ਕੇ ਆਇਆ, ਕਈ ਲੋਕ ਇਹੋ ਜਿਹੇ ਵੀ ਕਮੈਂਟ ਕਰਦੇ ਆ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਲੋਕ ਮਹਾਰਾਜਾ ਹੀ ਕਹਿੰਦੇ ਆ ਨਾ। ਤਾਂ ਸਾਡੇ ਪੁਰਾਣੇ ਪ੍ਰੋਗਰਾਮ ਕੱਢ ਕੇ ਦੇਖ ਲਓ, ਸਾਰੇ ਪ੍ਰੋਗਰਾਮ ਉਸ ਮਹਾਰਾਜੇ ਦੀ ਆਲੋਚਨਾ ਦੇ ਵਿੱਚ ਹੀ ਆ, ਜਿਹੜੇ ਉਹਨੇ ਚੰਗੇ ਕੰਮ ਕੀਤੇ ਆ ਜਾਂ ਮਾੜੇ ਕੰਮ ਕੀਤੇ ਆ। ਜੇ ਚੰਗਾ ਕੋਈ ਕੰਮ ਕੀਤਾ ਉਹਦਾ ਚੰਗੀ ਵੀ ਕੋਈ ਗੱਲ ਹੋਊਗੀ। ਵੈਸੇ ਤਾਂ ਕੋਈ ਮੈਨੂੰ ਲੱਗਦਾ ਨਹੀਂ ਕੋਈ ਚੰਗਾ ਕੰਮ ਪਿਛਲੇ 4.5 ਸਾਲਾਂ ਦੇ ਵਿੱਚ ਹੋਇਆ। ਤਾਂ ਆਲੋਚਨਾ ਅਸੀਂ ਸਾਰੀ ਕੀਤੀ ਹੈ, ਸਾਰੇ ਪ੍ਰੋਗਰਾਮਾਂ ਦੀ ਕੀਤੀ ਹੈ। ਔਰ ਦੂਜੀ ਗੱਲ ਇਹ ਆ ਵੀ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ ਗਰੀਬ ਦੀ ਨਜ਼ਰ ਨਾਲ ਦੇਖ ਲਏ ਆ, ਤਾਂ ਉਹ ਫਿਰ ਜਦੋਂ 2017 ਦੇ ਵਿੱਚ ਉਹਨੇ ਆਪਣਾ ਇੱਕ ਐਫੀਡੇਵਿਟ ਦਿੱਤਾ ਜਾਇਦਾਦ ਦਾ, ਤੇ ਉਹ ਜਾ ਕੇ ਫਿਰ ਉਹਦੀ ਭੂਖ ਪੜਤਾਲ ਕਰ ਲੈਣ ਵੀ ਚੰਨੀ ਸਾਹਿਬ ਕਿੰਨੇ ਕੁ ਗਰੀਬ ਨੇ। ਚਲੋ ਆਪਣਾ ਸਿੱਧੂ ਸਾਹਿਬ, ਚਲੋ ਆਪਣਾ ਜਿਹੜਾ ਵਿਸ਼ਾ ਆ ਚੰਨੀ ਸਾਹਿਬ ਨੂੰ ਮਤਲਬ ਕਿ ਇਹ ਉਸ ਮੁੱਦੇ ਤੇ ਵਿਚਾਰਨ ਦਾ ਨਹੀਂ ਆ ਗੱਲ। ਆਪਾਂ ਮਾਫ ਕਰਨਾ, ਮੈਂ ਥੋੜਾ ਜਿਹਾ ਭਟਕ ਗਿਆ ਸੀ, ਉਸ ਪਾਸੇ ਨੂੰ ਚਲਾ ਗਿਆ, ਕਿਉਂਕਿ ਭਟਕ ਗਿਆ ਮਤਲਬ ਮੁੱਦੇ ਤੋਂ ਥੋੜਾ ਭਟਕ ਗਿਆ ਸੀ। ਕਿਉਂਕਿ ਬਹੁਤ ਸਾਰੇ ਲੋਕ ਨਾ ਕਮੈਂਟ ਜਦੋਂ ਦੇਖਦੇ ਆ ਤਾਂ ਉਦੋਂ ਬਹੁਤ ਸਾਰੇ ਲੋਕ ਆਪਣੀਆਂ ਸਬਲੀਆਂ ਨਾਲ ਬੜਾ ਕਈ ਲੋਕ ਕਈ ਕਮੈਂਟ ਬੜੇ ਵਧੀਆ ਵੀ ਕਰਦੇ ਆ, ਜਿਨ੍ਹਾਂ ਨੂੰ ਦੇਖ ਕੇ ਸਾਨੂੰ ਲੱਗਦਾ ਵੀ ਇਹ ਜਿਹੜਾ ਵਧੀਆ ਕਮੈਂਟ ਸਾਡੇ ਲਈ ਜਾਣਕਾਰੀ ਵੀ ਸਾਂਝੀ ਕਰਦੇ ਆ ਆਪਣੇ ਵੱਲੋਂ। ਪਰ ਕੁਝ ਲੋਕਾਂ ਦਾ ਹੁੰਦੀ ਹੈ ਨਾ ਵੀ ਆਲੋਚਨਾ ਕਰਨੀ ਉਹ ਕਰਨੀ। ਸਿੱਧੂ ਸਾਹਿਬ, ਇਹ ਜ਼ਰੂਰੀ ਹੀ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਕਮੈਂਟਾਂ ਦੇ ਆਧਾਰ ਤੇ ਉੱਤੇ ਆਪਣਾ ਪੱਖ ਰੱਖਿਆ, ਆਪਣੇ ਚੈਨਲ ਦਾ ਪੱਖ ਰੱਖਿਆ, ਇਹ ਜ਼ਰੂਰੀ ਸੀ ਕਿਉਂਕਿ ਵਾਕਿਆ ਹੀ ਅਸਲ ਦੇ ਵਿੱਚ ਬਹੁਤ ਕਮੈਂਟ ਇੱਦਾਂ ਦੇ ਆਉਂਦੇ ਆ। ਹਾਲਾਂਕਿ ਅਸੀਂ ਕਦੇ ਵੀ ਕਿਸੇ ਵੀ ਪਾਰਟੀ ਦੇ ਨਾ ਤਾਂ ਬੁਲਾ ਰਹੇ ਹਾਂ ਤਾਂ ਨਾ ਕਿਸੇ ਵਿਅਕਤੀ ਦੇ ਬੁਲਾ ਰਹੇ ਹਾਂ, ਪਰ ਲੋਕੀ ਜੋ ਮਰਜ਼ੀ ਕਹੀ ਜਾਣ, ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਤਾਂ ਲੋਕ ਨਰਿੰਦਰ ਮੋਦੀ ਨੂੰ ਵੀ ਨਹੀਂ ਬਖਸ਼ਦੇ, ਇੱਕ ਵੱਖਰਾ ਇਸ਼ੂ ਆ। ਪਰ ਜਿਸ ਤਰੀਕੇ ਨਾਲ ਮੈਂ ਗੱਲ ਕਰ ਰਿਹਾ ਸੋ ਉਸ ਵਿਅਕਤੀ ਦੀ ਕਿ ਜਿਹੜਾ ਪਰਦੇ ਦੇ ਪਿੱਛੇ ਬੈਠ ਕੇ ਸਾਰੀ ਸਿਆਸਤ ਰਚਦਾ ਪਿਆ, ਤੇ ਅੱਜ ਉਹ ਕਿਸੇ ਵੀ ਪਲੇਟਫਾਰਮ ਤੇ ਦਿਖਾਈ ਨਹੀਂ ਦਿੱਤਾ ਕਿ ਜਿਸ ਦਿਨ ਪੈਟਰੋਲ ਦੀਆਂ ਕੀਮਤਾਂ ਚੰਨੀ ਸਰਕਾਰ ਵੱਲੋਂ ਘੱਟ ਕੀਤੀਆਂ ਗਈਆਂ ਤੇ ਚੰਨੀ ਸਰਕਾਰ ਨੇ 2 ਮਿੰਟ ਗੱਲ ਕੀਤੀ ਤੇ ਬਾਕੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਦੂਸਰੇ ਵਿਅਕਤੀ ਨੂੰ ਦੇਤੀ ਜਿਸ ਤਰੀਕੇ ਨਾਲ ਕਦੇ ਨਰਿੰਦਰ ਮੋਦੀ ਨੇ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤੀ ਸੀ। ਤੇ ਅੱਜ ਚਲੋ ਪ੍ਰੈਸ ਕਾਨਫਰੰਸ ਅੱਜ ਵੀ ਹੋਈ, ਤੇ ਜਦੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਲੋਕਾਂ ਦੇ ਜਵਾਬ ਦਿੱਤੇ ਤਾਂ ਉਹਨਾਂ ਨੇ ਬਾਕੀ ਗੱਲ ਜਿਹੜੀ ਆ ਪੀਪੀਸੀ ਦੇ ਪ੍ਰਧਾਨ ਜਿਹੜੇ ਆ ਨਵਜੋਤ ਸਿੱਧੂ ਨੂੰ ਦੇ ਦਿੱਤੀ ਗਈ। ਮੇਰਾ ਕਹਿਣ ਦਾ ਅਰਥ ਸਿਰਫ ਔਰ ਸਿਰਫ ਇਹ ਆ ਕਿ ਨਾ ਤਾਂ ਚਰਨਜੀਤ ਸਿੰਘ ਚੰਨੀ ਹੁਣੀ ਕਿਸੇ ਪੱਖ ਤੋਂ ਕਮਜ਼ੋਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ, ਤਾਂ ਪੰਜਾਬ ਦਾ ਮੁੱਖ ਮੰਤਰੀ ਹਰ ਪੱਖ ਤੋਂ ਉਹ ਕਿਸੇ ਵੀ ਪੱਖ ਤੋਂ ਕਮਜ਼ੋਰ ਨਹੀਂ ਆ, ਹਰ ਪੱਖ ਤੋਂ ਉਹ ਰਿਪਰੈਜ਼ੈਂਟੇਸ਼ਨ ਲੋਕਾਂ ਦੀ ਕਰਦਾ ਪਿਆ। ਇਹਨੇ ਪੰਜਾਬ ਦੇ ਲੋਕ ਨੇ ਇੱਕ ਸਰਕਾਰ ਨੂੰ ਹੀ ਚਲਾ ਰਹੇ ਆ। ਪਰ ਕਈ ਵਾਰੀ ਬੜੀ ਹੈਰਾਨਗੀ ਹੁੰਦੀ ਹੈ ਆਪਣੇ ਸਿੱਧੂ ਸਾਹਿਬ, ਜਦੋਂ ਮਾਫ ਕਰਦਾ ਮੈਂ ਵੀ ਹੁਣ ਵਿਸ਼ੇ ਤੋਂ ਦੂਜੇ ਬਾਹਰ ਜਾ ਰਿਹਾ, ਕਿ ਜਦੋਂ ਸੁਖਬੀਰ ਸਿੰਘ ਬਾਦਲ ਕਹਿ ਦਿੰਦਾ ਕਿ ਲੈ ਭਈ ਚਰਨਜੀਤ ਸਿੰਘ ਚੰਨੀ ਦੇ ਦੰਦਾਂ ਨੂੰ ਲਹੂ ਲੱਗ ਗਿਆ ਕਿ ਉਹ ਹੁਣ ਅਗਲੇ 5 ਸਾਲਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਨਾ ਚਾਹੁੰਦਾ। ਹੁਣ ਬੰਦਾ ਪੁੱਛੇ ਕਿ ਜੇ ਦੰਦਾਂ ਨੂੰ ਲਹੂ ਲੱਗਣ ਦਾ ਮਤਲਬ ਇਹ ਕਿ 5 ਸਾਲਾਂ ਤੱਕ ਉਹਨੇ ਮੁੱਖ ਮੰਤਰੀ ਬਣਨਾ,
ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਦੰਦਾਂ ਨੂੰ ਲਹੂ ਤੇ 30 ਸਾਲ ਹੀ ਲੱਗਾ ਰਿਹਾ। ਫਿਰ ਉਸ ਲਹੂ ਦੀ ਵੀ ਗੱਲ ਕਰ ਲਓ, ਹਮੇਸ਼ਾ ਉਹਨੂੰ ਲਹੂ ਨੂੰ ਲੱਗਾ ਰਿਹਾ ਤੇ ਕਿੰਨਾ ਕੁਝ, ਕਿੰਨੇ ਸਿੱਖ ਲੀਡਰ ਜਾਂ ਕਿਸ ਤਰੀਕੇ ਨਾਲ ਸਿੱਖ ਮਾਨਸਿਕਤਾ ਨੂੰ ਉਹਨੇ ਜ਼ਖਮੀ ਕੀਤਾ ਤੇ ਕਿਸ ਤਰੀਕੇ ਨਾਲ ਸਿੱਖ ਮਾਨਸਿਕਤਾ ਜਾਂ ਸਿੱਖ ਭਾਵਨਾ ਨੂੰ ਖਤਮ ਕਰ ਛੱਡੀਆਂ। ਤੇ ਉਹੀ ਲਹੂ ਹੁਣ ਜੇਕਰ ਚਰਨਜੀਤ ਸਿੰਘ ਚੰਨੀ ਦੇ ਦੰਦਾਂ ਤੇ ਲੱਗਾ, ਸੁਖਬੀਰ ਸਿੰਘ ਬਾਦਲ ਵੇਖਦਾ ਤੇ ਉਹ ਲਹੂ ਤੇ ਫਿਰ ਤੁਹਾਡੇ ਦੰਦਾਂ ਤੇ 2012 ਦਾ ਲੱਗਾ। ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਦੂਜੇ ਬੰਨੇ ਦੀ ਹੋਈ, ਤੇ ਕਿਤੇ ਨਾ ਕਿਤੇ ਉਸ ਦੰਦਾ ਲਹੂ ਦੇ ਨਿਸ਼ਾਨ ਤੇ ਤੁਹਾਡੇ ਦਾਮਨ ਤੇ ਵੀ ਜਾਂਦੇ ਆ। ਕਹਿਣ ਦਾ ਅਰਥ ਬਹੁਤ ਕੁਝ ਇਹੋ ਜਿਹਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾ ਦਿੰਦੀਆਂ ਨੇ। ਖੈਰ, ਸਾਡਾ ਵਿਸ਼ਾ ਇਹ ਨਹੀਂ ਕਿ ਅਸੀਂ ਕਿਸੇ ਨੂੰ ਅਸੀਂ ਕਲੀਨ ਚਿੱਟ ਦਈਏ, ਕਿਸੇ ਨੂੰ ਨਾ ਦਈਏ। ਗੱਲ ਜਿਹੜਾ ਪ੍ਰਸ਼ਨ ਸੀ ਕੇਵਲ ਇਹ ਸੀ ਕਿ ਜੇਕਰ ਏਜੀ ਦੀ ਨਿਯੁਕਤੀ ਅੱਜ ਪ੍ਰੈਸ ਕਾਨਫਰੰਸ ਕਰਕੇ ਚਰਨਜੀਤ ਸਿੰਘ ਚੰਨੀ ਨੇ ਕੀਤੀ ਹੈ, ਰੱਦ ਕੀਤੀ, ਇਹ 2 ਦਿਨ ਪਹਿਲਾਂ ਵੀ ਹੋ ਸਕਦੀ ਸੀ, ਪਰ ਪਹਿਲਾਂ ਤਾਂ ਨਹੀਂ ਸੀ ਹੋਈ ਕਿ ਨਵਾਂ ਹਾਲ। ਮੈਂ ਤਾਂ ਇੱਥੋਂ ਵੀ ਅੱਗੇ ਜਾ ਰਿਹਾ ਕਿ ਸਾਹਿਬ, ਕਿਉਂਕਿ ਜਿੱਦਣ ਤੁਸੀਂ ਇਹ ਤੁਸੀਂ ਐਡਮਿਟ ਕਰ ਲਿਆ ਕਿ ਠੀਕ ਹੈ ਕਿ ਭਾਈ ਉਹਨਾਂ ਕੇਸਾਂ ਦੇ ਲਈ ਨਵਜੋਤ ਸਿੰਘ ਸਿੱਧੂ ਜਿਹੜੇ ਗੱਲਾਂ ਕਹਿ ਰਹੇ ਸੀ ਜਿਹੜਾ ਨੁਕਸਾਨ ਹੋਊਗਾ ਉਵੇਂ ਹੋਇਆ ਵੀ ਐਂਟੀ ਸਾਹਿਬ। ਜਦੋਂ ਉਹਨਾਂ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲੈ ਕੇ ਆਉਣਾ ਸੀ ਗੁਰਮੀਤ ਰਾਮ ਰਹੀਮ ਨੂੰ, ਤਾਂ ਉਦੋਂ ਨੁਕਸਾਨ ਹੋਇਆ ਵੀ ਇਸ ਏਜੀ ਦੇ ਪੇਸ਼ ਹੋਣ ਦੇ ਨਾਲ। ਤਾਂ ਉਦੋਂ ਜਦੋਂ ਸ਼ੁਰੂਆਤ ਦੇ ਵਿੱਚ ਅਪਾਇੰਟਮੈਂਟ ਹੁੰਦੀ ਹੈ ਤਾਂ ਫਿਰ ਉਦੋਂ ਨਵਜੋਤ ਸਿੰਘ ਸਿੱਧੂ ਸਵਾਲ ਚੁੱਕਦੇ ਨੇ, ਤਾਂ ਪੰਜਾਬ ਸਰਕਾਰ ਜਾ ਕੇ ਉੱਥੇ ਕੀ ਕਰਦੀ ਹੈ, ਉਹਨਾਂ ਕੇਸਾਂ ਦੇ ਲਈ ਹੋਰ ਵਕੀਲ ਲੈ ਆਉਂਦੀ ਹੈ। ਤਾਂ ਫਿਰ ਉਹਨਾਂ ਕੇਸਾਂ ਦੇ ਲਈ ਵਕੀਲ ਕਿਉਂ ਲੈ ਕੇ ਆਏ? ਸਾਰੇ ਦੇ ਸਾਰੇ ਕੇਸਾਂ ਦੇ ਉੱਤੇ ਏਜੀ ਬਦਲ ਦੇਣਾ ਚਾਹੀਦਾ ਸੀ ਉਦੋਂ ਹੀ, ਇੱਕ ਤਰੀਕੇ ਦੇ ਨਾਲ ਤੁਸੀਂ ਗਲਤੀ ਤਾਂ ਮੰਨ ਹੀ ਲਈ ਹੈ, ਤਾਂ ਫਿਰ ਉਦੋਂ ਹੀ ਬਦਲ ਦੇਣਾ ਚਾਹੀਦਾ ਸੀ। ਨਹੀਂ ਦੇਰੀ ਕਿਉਂ? ਕਿਉਂਕਿ ਅੱਧਾ ਸਮਾਂ ਸਰਕਾਰ ਨੇ ਆਪਣਾ ਏਦਾਂ ਹੀ ਲਗਾ। ਪਰ ਕਾਰਨ ਤੇ ਇਹੋ ਸੀ ਨਾ, ਪੰਜਾਬ ਸਰਕਾਰ ਨੇ ਗਲਤੀ ਤਾਂ ਮੰਨ ਲਈ, ਪਰ ਪੰਜਾਬ ਸਰਕਾਰ ਨੂੰ ਚਲਾਉਣ ਵਾਲਾ ਵਿਅਕਤੀ, ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਮੈਂ ਇੰਨੀ ਗੱਲ ਕਹਿਣ ਲੱਗਾ ਕਿ ਪੰਜਾਬ ਸਰਕਾਰ ਨੂੰ ਚਲਾਉਣ ਵਾਲਾ ਵਿਅਕਤੀ ਤੇ ਜਿਸ ਬੰਦੇ ਦੀ ਸਿਫਾਰਿਸ਼ ਦੇ ਉੱਤੇ ਏਜੀ ਦੀ ਨਿਯੁਕਤੀ ਹੋਈ, ਉਹ ਇਸ ਮੁੱਦੇ ਨੂੰ ਆਪਣੀ ਨੱਕ ਦਾ ਮੁੱਦਾ ਬਣਾ ਕੇ ਬੈਠਾ ਸੀ। ਅਖੀਰ ਜਦੋਂ ਪਾਣੀ ਸਿਰ ਤੱਕ ਪਹੁੰਚ ਗਿਆ ਤੇ ਹਾਈ ਕਮਾਂਡ ਦਾ ਇੱਕ ਬਕਾਇਦਾ ਤੌਰ ਤੇ ਦਬਕਾ ਵੱਜਾ, ਤਾਂ ਹੀ ਉਸ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਨਵਜੋਤ ਸਿੱਧੂ ਨੂੰ ਲਾਗੇ ਬਹਾਲ ਕੇ ਚੇਤਾ ਆਇਆ ਕਿ ਪ੍ਰੈਸ ਕਾਨਫਰੰਸ ਕਰਨੀ ਆ ਤਾਂ ਉਹਦੇ ਵਿੱਚ ਏਜੀ ਦੀ ਨਿਯੁਕਤੀ ਦਾ ਅਸਤੀਫਾ ਪ੍ਰਵਾਨ ਕਰਨਾ। ਇਹੋ ਮੁੱਖ ਮੰਤਰੀ ਆ ਜਿਹੜਾ 4 ਦਿਨ ਪਹਿਲਾਂ ਕਹਿੰਦਾ ਅਸਤੀਫਾ ਆਇਆ ਹੀ, ਕੋਈ ਗੱਲ ਹੀ ਨਹੀਂ ਹੋਈ। ਤੇ ਦੂਜੇ ਪਾਸੇ ਅਸਤੀਫਾ ਦੇ ਚੁੱਕਾ ਸਾਬਕਾ ਕੌਮੀਅਤ ਵਿੱਚ ਕਹਿ ਰਿਹਾ, ਸਾਬਕਾ ਏਜੀ ਇੰਨੀ ਗੱਲ ਕਹਿ ਰਿਹਾ ਕਿ ਨਵਜੋਤ ਸਿੱਧੂ, ਤਾਂ ਕਹਿਣ ਦਾ ਅਰਥ ਆ ਕਿ ਸਿੱਧੂ ਸਾਹਿਬ, ਇਹ ਜਿਹੜੀ ਪੋਲਿਟਿਕਸ ਪੰਜਾਬ ਦੀ ਚੱਲਣ ਡਈ ਆ, ਜੋ ਕੁਝ ਰਾਜਨੀਤੀ ਚੱਲਦੀ ਪਈ ਆ, ਇਹ ਸਿਰਫ ਚਰਨਜੀਤ ਸਿੰਘ ਚੰਨੀ ਦੇ ਸੰਦਰਭ 'ਚ ਨਾ ਵੇਖੋ, ਇਹਦੇ ਪਿੱਛੇ ਤੁਸੀਂ ਉਹ ਤਾਕਤਾਂ ਵੇਖੋ ਜਿਹੜੀਆਂ ਇਸ ਪਰਦੇ ਦੇ ਪਿੱਛੇ ਜਿਹੜਾ ਅਸਤੀਫਾ ਮਨਜ਼ੂਰ ਹੋ ਗਿਆ, ਡੀਜੀਪੀ ਬਦਲਿਆ ਜਾ ਰਿਹਾ, ਤਾਂ ਕੀ ਲੱਗਦਾ ਕਿ ਹੁਣ ਕਾਂਗਰਸ ਦੀ ਜਿਹੜੀ ਗੱਡੀ ਆ ਉਹ ਸਮੂਥ ਚੱਲੂਗੀ? ਹੁਣ ਉਹ ਪਹੀਏ ਸਾਰੇ ਇੱਕੋ ਪਾਸੇ ਨੂੰ ਚੱਲਣਗੇ ਜਾਂ ਫਿਰ ਐ ਡਾਵਾਂ ਡੋਲ ਹੁੰਦੇ ਜਾਣਗੇ? ਕਿਵੇਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੀ ਹੁਣ ਅਗਲੀ ਪਲੈਨਿੰਗ ਜਿਹੜੀ ਆ ਉਹ ਕੀ ਹੋਊਗੀ? ਬੇਸ਼ੱਕ ਡਬਲ ਏਜੀ, ਕਿਉਂਕਿ ਇੱਥੇ ਆਪਾਂ ਦੱਸ ਦਈਏ ਕਿ ਜਿੱਤ ਇਹ ਨਹੀਂ ਆ, ਜਾਂ ਆਪਾਂ ਕਹਿ ਦਈਏ ਕਿ ਚੰਗੀ ਖਬਰ ਇਹ ਨਹੀਂ ਆ ਵੀ ਏਜੀ ਤੇ ਡੀਜੀ ਬਦਲੇ ਜਾਣਗੇ। ਚੰਗੀ ਖਬਰ ਉਦੋਂ ਹੋਣੀ ਆ, ਜਿੱਤ ਉਦੋਂ ਹੋਣੀ ਆ ਜਦੋਂ ਇਹਨਾਂ ਮਾਮਲਿਆਂ ਦੇ ਵਿੱਚ ਇਨਸਾਫ ਮਿਲੂ। ਦੇਖੋ ਸਿੱਧੂ ਸਾਹਿਬ, ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਮੇਰਾ ਜਵਾਬ ਇਹੋ ਹੀ ਆ। ਸ਼ਾਇਦ ਮੇਰੀ ਸਮਝ ਉਸ ਪੱਧਰ ਦੀ ਨਾ ਹੋਵੇ, ਰਾਜਨੀਤਿਕ ਪੱਧਰ ਤੇ, ਪਰ ਜਿੱਥੋਂ ਤੱਕ ਮੈਂ ਸਮਝਣਾ, ਇਹ ਸਮੂਥ ਨਹੀਂ ਜੇ ਚੱਲਣੀ ਪੰਜਾਬ ਕਾਂਗਰਸ ਦੀ ਗੱਡੀ, ਕਿਉਂਕਿ ਨਵਜੋਤ ਸਿੱਧੂ ਨੇ ਸਮੇਂ-ਸਮੇਂ ਤੇ ਇਸ ਸਰਕਾਰ ਨੂੰ ਘੇਰਨਾ ਜੇ। ਇਸ ਸਰਕਾਰ ਦੇ ਉਹਨਾਂ ਮੁੱਦਿਆਂ ਨੂੰ, ਜਿਸ ਤਰੀਕੇ ਨਾਲ ਅੱਜ ਵੀ ਪ੍ਰੈਸ ਕਾਨਫਰੰਸ ਦੇ ਦਰਮਿਆਨ ਉਹਨਾਂ ਨੇ ਸ਼ਰਾਬ ਦੇ ਮੁੱਦੇ ਦੀ ਖਜ਼ਾਨਾ ਭਰਨ ਦੀ ਗੱਲ ਕੀਤੀ, ਕਈ ਖਜ਼ਾਨੇ ਤਰੀਕੇ ਦੱਸੇ, ਤੇ ਚਰਨਜੀਤ ਸਿੰਘ ਚੰਨੀ ਚੁੱਪ ਸੀ। ਪਰ ਜਿਹੜੇ ਮਾਫ ਕਰਨਾ, ਮੈਂ ਤੁਹਾਡੀ ਗੱਲ ਟੋਕ ਰਿਹਾ ਕਿ ਆਪਣੇ ਦਰਸ਼ਕਾਂ ਨੂੰ ਕਹਿ ਦਈਏ ਕਿ ਜਿਹੜੇ ਅੱਜ ਕੁਝ ਫੈਸਲੇ ਹੋਏ ਆ, ਚਾਹੇ ਰੀਤੇ ਦੀ, ਉਹਦੇ ਨਾਲ ਬਹੁਤ ਵੱਡੀ ਰਾਹਤ ਲੋਕਾਂ ਨੂੰ ਮਿਲੀ ਹੈ। ਸਰਕਾਰ ਦਾ ਬਹੁਤ ਵਧੀਆ ਫੈਸਲਾ। ਇੱਥੇ ਬਹੁਤ ਸਾਰੇ ਲੋਕੀ ਫਿਰ ਕਮੈਂਟਾਂ ਵਾਲੇ ਕਹਿ ਦਿੰਦੇ ਕਿ ਤੁਸੀਂ ਚੰਗੀ ਗੱਲ ਨੂੰ ਚੰਗੀ ਨਹੀਂ। ਜਿਹੜੀ ਚੰਗੀ ਗੱਲ ਹੋਈ ਹੈ, 9 ਰੁਪਏ ਤੋਂ ਘਟਾ ਕੇ 5.5 ਰੁਪਏ ਜਿਹੜਾ ਰੇਤਾ ਕਰ ਦਿੱਤਾ ਗਿਆ, ਬੜੀ ਚੰਗੀ ਗੱਲ ਹੋਈ ਹੈ। ਪਿਛਲੇ ਦਿਨੀ ਜਿਹੜੇ ਹੋਰ ਕੁਝ ਫੈਸਲੇ ਹੋਏ ਉਹ ਵੀ ਬੜੇ ਫੈਸਲੇ ਚੰਗੇ ਹੋਏ ਆ। ਤਾਂ ਉਮੀਦ ਹੈ ਕਿ ਜਿਹੜੇ ਪ੍ਰਾਇਓਰਟੀ ਵਾਲੇ ਫੈਸਲੇ ਸੀਗੇ, ਜਿਹੜੇ ਮੁੱਦਿਆਂ ਦੇ ਉੱਪਰ ਸਰਕਾਰ ਬਣੀ ਸੀਗੀ, ਉਹਨਾਂ ਟਾਈਮ ਜਿੰਨਾ ਟਾਈਮ ਉਹ ਮਸਲੇ ਹੱਲ ਨਹੀਂ ਹੁੰਦੇ, ਉਹਨਾਂ ਟਾਈਮ ਅਸੀਂ ਉਹਨਾਂ ਮੁੱਦਿਆਂ ਨੂੰ ਯਾਦ ਸਰਕਾਰ ਨੂੰ ਕਰਾਉਂਦੇ ਰਵਾਂਗੇ। ਅਸੀਂ ਉਹਨਾਂ ਮੁੱਦਿਆਂ ਦੇ ਉੱਪਰ ਅਸੀਂ ਆਲੋਚਨਾ ਸਰਕਾਰ ਦੀ ਕਰਦੇ ਰਵਾਂਗੇ ਜੇਕਰ ਉਹ ਮੁੱਦੇ ਨਹੀਂ ਹੱਲ ਕਰਨਗੇ। ਦੇਖੋ, ਇਹਦੇ ਵਿੱਚ ਇੱਕ ਫੈਸਲਾ ਤੁਸੀਂ ਛੱਡ ਕੇ ਉਹਦੇ ਵੀ ਜਿਹੜੀ ਸ਼ਲਾਘਾ ਕਰਨੀ ਬਣਦੀ ਕਿ 36,100 ਮੁਲਾਜ਼ਮ ਜਿਹੜਾ ਪੰਜਾਬ ਸਰਕਾਰ ਨੇ ਬੀਤੇ 10-15 ਸਾਲਾਂ ਤੋਂ ਜਿਹੜਾ ਧੱਕੇ ਖਾ ਰਿਹਾ ਸੀ, ਉਹਨਾਂ ਨੂੰ ਵੀ ਉਹਨੇ ਪਰਮਾਨੈਂਟ ਕੀਤਾ ਆ।
ਪੱਕਿਆ ਕੀਤਾ ਤੇ ਬੇਸ਼ੱਕ ਉਹਦਾ ਨੋਟੀਫਿਕੇਸ਼ਨ ਜਿਹੜਾ ਵਿਧਾਨ ਸਭਾ ਦੇ ਸੈਸ਼ਨ 'ਚ ਹੋਣਾ, ਇਹ ਇੱਕ ਵੱਖਰੀ ਗੱਲ, ਇਹਦੀ ਸ਼ਲਾਘਾ ਕਰਦੀ ਵੀ ਬਣਦੀ ਹੈ। ਇਹ ਚੀਜ਼ਾਂ 14 ਸਾਲ ਬਾਅਦ ਸਿੱਧੂ ਸਾਹਿਬ ਹੋਈਆਂ ਨੇ, ਜਿਹੜੀ ਚਰਨਜੀਤ ਸਿੰਘ ਚੰਨੀ ਨੇ ਕੀਤਾ, ਤੇ ਚਰਨਜੀਤ ਸਿੰਘ ਚੰਨੀ ਦਾ ਇਹ ਕਦਮ ਵਾਕਿਆ ਹੀ ਬੜਿਆ ਘਰਾਂ ਦੇ ਵਿੱਚ 58 ਸਾਲ ਤੱਕ ਜਿਹੜਾ ਇੱਕ ਗੱਲ ਹੋਰ ਵੀ ਇੱਥੇ ਨਵਜੋਤ ਸਿੰਘ ਸਿੱਧੂ ਨੇ ਬੜੀ ਅਹਿਮ ਗੱਲ ਕਹੀ, ਕਹਿੰਦੇ ਠੀਕ ਹੈ ਤੁਸੀਂ ਡੀਜ਼ਲ ਸਸਤਾ ਕਰਤਾ, ਠੀਕ ਹੈ ਤੁਸੀਂ ਰੇਤਾ ਸਸਤਾ ਕਰਤਾ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ, ਕਹਿੰਦੇ ਕਿ ਹੁਣ ਸਰਕਾਰ ਦਾ ਥੋੜਾ ਸਮਾਂ ਰਹਿ ਗਿਆ, ਜ਼ਰੂਰੀ ਨਹੀਂ ਕਿ ਵੀ 1.5-2 ਮਹੀਨੇ ਵਾਸਤੇ। ਹੁਣ ਕਹਿੰਦੇ ਪਾਲਿਸੀਆਂ ਉਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਪ੍ਰਾਈਵੇਟ ਜੇਬਾਂ ਦੇ ਵਿੱਚ ਪੈਸਾ ਜਾਣ ਦੀ ਬਜਾਏ ਸਰਕਾਰੀ ਜੇਬ ਦੇ ਵਿੱਚ ਆਵੇ ਤੇ ਸਰਕਾਰ ਨੂੰ ਵੀ ਕੋਈ ਘਾਟਾ ਨਾ ਪਵੇ, ਤੇ ਔਰ ਨਾਲ ਦੀ ਨਾਲ ਜਿਹੜੀਆਂ ਇਹ ਪਾਲਿਸੀਆਂ ਇਦਾਂ ਹੀ ਚੱਲਦੀਆਂ ਰਹਿਣ, ਉਸੇ ਤਰੀਕੇ ਦੀਆਂ ਪਾਲਿਸੀਆਂ ਬਣ ਕੇ ਜਿਹੜੀ ਅੱਜ ਰਾਹਤ ਅਸੀਂ ਲੋਕਾਂ ਨੂੰ ਦਿੱਤੀ ਆ, ਇਹ 1.5 ਜਾਂ 2 ਮਹੀਨੇ ਲਈ ਜਾਂ 6 ਮਹੀਨੇ ਲਈ ਨਹੀਂ, ਸਗੋਂ ਦੀ ਅਗਲੇ 5 ਸਾਲ ਜਦੋਂ ਤੱਕ ਸਾਡੀ ਕਹਿੰਦੇ ਸਰਕਾਰ ਜੇ ਬਣਦੀ ਹੈ ਜਾਂ ਚੱਲੇਗੀ, ਉਦੋਂ ਤੱਕ ਅਸੀਂ ਇਹ ਸਹੂਲਤਾਂ ਦਿੰਦੇ ਰਹੀਏ। ਇਹਦਾ ਮਤਲਬ ਇਹ ਨਹੀਂ ਐਲਾਨ ਕਰਤਾ ਆ 1.5-2 ਮਹੀਨੇ ਦਿੱਤੀਆਂ ਸਹੂਲਤਾਂ ਤੇ ਅੱਗੇ ਜਾ ਕੇ ਫਿਰ ਉਹੀ ਹਾਲ ਹੋ ਗਿਆ। ਕਹਿੰਦੇ ਕਿ ਸਾਨੂੰ ਉਸ ਕਿਸਮ ਦੀਆਂ ਪਾਲਿਸੀਆਂ ਬਣਾਉਣੀਆਂ ਪੈਣਗੀਆਂ, ਉਸ ਤਰੀਕੇ ਦੇ ਨਾਲ ਸਾਨੂੰ ਰੈਵਨਿਊ ਪੈਦਾ ਕਰਨਾ ਪਊਗਾ ਕਿ ਉਸ ਰੈਵਨਿਊ ਦੇ ਨਾਲ ਅਸੀਂ ਅੱਜ ਦਿੱਤੀਆਂ ਹੋਈਆਂ ਰਾਹਤਾਂ ਅਗਲੇ 5 ਸਾਲਾਂ ਤੱਕ ਵੀ ਦਿੰਦੇ ਰਹੀਏ। ਹਾਂ ਬਿਲਕੁਲ ਜੀ, ਬਿਲਕੁਲ ਇਹ ਪੂਰਨ ਤੌਰ ਤੇ ਵਧੀਆ ਗੱਲ ਕੀਤੀ ਉਹਨਾਂ ਰੋਡ ਮੈਪ ਨਿਰਧਾਰਿਤ ਕਰਨ ਦੀ, ਜਿਹੜਾ ਅਗਲੇ 5 ਸਾਲ ਦਾ ਹੋਏਗਾ। ਪਰ ਜਿਹੜਾ ਮੈਂ ਉਹ ਪਹਿਲਾ ਫੈਸਲਾ ਸੀ ਜਿਹੜਾ ਕੱਚੇ ਬਲਾਕ ਨੂੰ ਪੱਕੇ ਕਰਨ ਦਾ, ਸਿੱਧੂ ਸਾਹਿਬ 36,000 ਮੁਲਾਜ਼ਮ ਪੰਜਾਬ ਦਾ ਪੱਕਾ ਹੋਇਆ, ਉਹਦਾ ਜਿਹੜਾ ਨੋਟੀਫਿਕੇਸ਼ਨ ਪਰਸੋਂ ਜਾਰੀ ਹੋਏਗਾ, ਬਹੁਤ ਵਧੀਆ। ਘੱਟੋ ਘੱਟ ਉਹਨਾਂ ਚੁੱਲ੍ਹਿਆਂ 'ਚ ਹੁਣ ਅੱਗ ਬੁਝੇਗੀ ਨਹੀਂ, ਜਿਹੜੇ ਚੁੱਲ੍ਹੇ ਹਰ ਮਹੀਨੇ ਬਾਅਦ ਜਾਂ 10 ਕੰਟਰੈਕਟ ਦੇ ਉੱਤੇ ਬੰਦਿਆਂ ਨੂੰ ਭੁੱਲ ਜਾਂਦਾ ਚੇਤਾ, ਕਦੇ ਚੁੱਲ੍ਹਿਆਂ ਦੀ ਰਾਖ ਬੁਝ ਜਾਂਦੀ, ਕਦੇ ਚੁੱਲ੍ਹੇ ਠੰਡੇ ਹੋ ਜਾਂਦੇ, ਘੱਟੋ ਘੱਟ ਰੋਟੀ ਤਾਂ ਮਿਲੂਗੀ। ਇਹ ਫੈਸਲਾ ਤਾਂ ਲਾਗੂ ਰਹੇਗਾ। ਬਾਕੀ ਪਤਾ ਨਹੀਂ ਸਰਕਾਰਾਂ ਅਗਲੀਆਂ ਸਰਕਾਰਾਂ ਕਿਹੜੀਆਂ ਆਉਣੀਆਂ ਕਿਹੜੀਆਂ ਨਹੀਂ ਆਉਣੀਆਂ, ਪਰ ਘੱਟੋ ਘੱਟ ਜਦੋਂ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਸੈਸ਼ਨ 'ਚ ਇਹ ਮੁੱਦਾ ਪਾਸ ਹੋ ਜਾਏਗਾ ਤਾਂ ਘੱਟੋ ਘੱਟ ਕੁਝ ਰਾਹਤ ਜਿਹੜੀ ਆ ਉਹਨਾਂ ਪਰਿਵਾਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਮਿਲੇਗੀ, ਜਿਹੜੀਆਂ ਪੀੜ੍ਹੀਆਂ ਨੇ ਸੁਪਨੇ ਲਏ ਨਹੀਂ, ਨਾ ਸੁਪਨੇ ਵੇਖਿਆ, ਤੇ ਸੁਪਨੇ ਪਤਾ ਨਹੀਂ ਕਦੋਂ ਪੂਰੇ ਹੋਣੇ ਆ। ਇਹ ਇੱਕ ਵੱਖਰਾ ਇਸ਼ੂ। ਚਲੋ ਗੱਲ ਜਿਹੜੀ ਆ ਆਪਾਂ ਫਿਰ ਕਈ ਵਾਰੀ ਵਿਸ਼ੇ ਤੋਂ ਭਟਕ ਜਾਂਦੇ ਹਾਂ, ਤਾਂ ਆਪਾਂ ਥੋੜ੍ਹੀ ਜਿਹੀ ਭਾਵਨਾਤਮਕ ਮੁੱਦੇ ਤੇ ਉਹਨਾਂ ਲੋਕਾਂ ਦੀ ਪ੍ਰਤੀਨਿਧਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੋਕ ਸਰਕਾਰ ਦੇ ਉਹਨਾਂ ਚੀਜ਼ਾਂ ਵੱਲ ਵੇਖਦੇ ਆ, ਪਰ ਸਾਡੇ ਜਿਹੜਾ ਮੁੱਢਲਾ ਫਰਜ਼ ਹੈ ਸਰਕਾਰ ਦੀਆਂ ਉਹਨਾਂ ਨੀਤੀਆਂ ਜਾਂ ਉਹਨਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਪੇਸ਼ ਕੀਤੀਆਂ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਸਾਡਾ ਹੱਕ ਹੈਗਾ ਕਿ ਲੋਕਤੰਤਰ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਵੇਖਣਾ। ਤਾਂ ਠੀਕ ਹੈ, ਨਵਜੋਤ ਸਿੱਧੂ ਨੇ ਅੱਜ ਇਹਨਾਂ ਮੁੱਦਿਆਂ ਦੀ ਗੱਲ ਕੀਤੀ ਆ, ਰੇਤੇ ਦਾ ਮੁੱਦੇ ਦੀ ਗੱਲ ਕੀਤੀ ਆ, ਦੂਜੇ ਪਾਸੇ ਸ਼ਲਾਘਾ ਕੀਤੀ, ਹਰ ਪੱਖ ਦੀ ਗੱਲ ਕੀਤੀ ਹੈ। ਤੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਵੀ ਇਹ ਗੱਲ ਅਖੀਰ ਤੇ ਮੀਟਿੰਗ ਜਦੋਂ ਪ੍ਰੈਸ ਕਾਨਫਰੰਸ ਸਟਾਰਟ ਹੋਈ, ਨਾਲ ਚੱਲੂਗੀ ਨਾਲ ਤੇਰੇ ਟਿਕਟਾਂ 2 ਲੈ ਲਈ, ਬੜੀ ਵਧੀਆ ਤਰੀਕੇ ਨਾਲ ਉਹਨਾਂ ਨੇ ਇਸ ਮੁੱਦੇ ਦੀ ਜਿਹੜੀ ਸ਼ੁਰੂਆਤ ਕੀਤੀ। ਚਾਹੀਦਾ ਤਾਂ ਇਹੋ ਹੀ ਆ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੇ ਇਹ ਦੋਵੇਂ ਸਿਖਰ ਦੇ ਨੇਤਾ ਨੇ ਆਪਸ ਵਿੱਚ ਮਿਲ ਕੇ ਚੱਲਣ, ਇਹਦੇ ਵਿੱਚ ਮਿਲ ਕੇ ਚੱਲਣ। ਇਹਦੇ ਵਿੱਚ ਨਾ ਤਾਂ ਤੁਹਾਡਾ ਸਿੱਧੂ ਸਾਹਿਬ ਕੋਈ ਫਾਇਦਾ ਤਾਂ ਨਾ ਮੇਰਾ ਫਾਇਦਾ, ਘੱਟੋ ਘੱਟ ਇਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਚੀਜ਼ਾਂ ਦਾ ਫਾਇਦਾ ਜ਼ਰੂਰ ਮਿਲੂਗਾ ਕਿ ਜੋ ਇਸ ਵੇਲੇ ਚੰਨੀ ਸਰਕਾਰ ਇਸ ਵੇਲੇ ਦੇ ਰਹੀ ਹੈ। ਪਰ ਪਤਾ ਨਹੀਂ ਕਿਉਂ ਫਿਰ ਵੀ ਮੇਰਾ ਧਿਆਨ ਉਹ ਇੱਕ ਉੱਚੇ ਲੰਮੇ ਸਰਦਾਰ ਵੱਲ ਚਲੇ ਜਾਂਦਾ। ਪ੍ਰਸ਼ਨ ਉੱਥੋਂ ਹੀ ਸ਼ੁਰੂ ਹੋਇਆ ਕਿ ਗੱਡੀ ਜਿਹੜੀ ਆ ਡਗਮਗਾਏ ਕੀ ਕੀਤੀ, ਪ੍ਰਸ਼ਨ ਉੱਥੇ ਆ। ਸਿੱਧੂ ਸਾਹਿਬ ਜਿੰਨਾ ਚਿਰ ਤੱਕ ਉਹ ਬੰਦਾ ਪਰਦੇ ਤੇ ਪਿੱਛੇ ਬੈਠ ਕੇ ਸਿਆਸਤ ਰਚਦਾ, ਇਹ ਗੱਡੀਆਂ ਮੈਨੂੰ ਉਂਝੇ ਖਿਆਲ, ਮੇਰੀ ਜੋ ਸੋਚ ਆ, ਮੇਰਾ ਨਹੀਂ ਖਿਆਲ ਕਿ ਇਹ ਦੋਵੇਂ ਪਹੀਏ ਬਰਾਬਰ ਚੱਲਣ, ਕਿਉਂਕਿ ਇੱਕ ਲੁਧਿਆਣੇ ਵਾਲਾ ਸਰਦਾਰ ਵੀ ਬੈਠਾ ਜਿਹੜਾ ਉਹੋ ਹੀ ਵੇਖਦਾ ਕਿ ਨਵਜੋਤ ਸਿੰਘ ਸਿੱਧੂ ਕੀ ਕਹਿੰਦਾ, ਦੂਜੇ ਪਾਸੇ ਸੁਨੀਲ ਜਾਖੜ ਵੀ ਵੇਂਦਾ ਕਿ ਹਾਂ ਵੀ ਮੈਂ ਟਵੀਟ ਕਿਹੜੀ ਰੱਖ ਤੇ ਕਰਦਾ। ਤੇ ਅੱਜ ਕੱਲ ਬਾਜਵਾ ਭਰਾਵਾਂ ਦੇ ਜਿਹੜੇ ਫਤਿਹ ਜੰਗ ਸਿੰਘ ਬਾਜਵਾ ਉਹ ਵੀ ਟਵੀਟ ਕੱਸੀ ਜਾਂਦੇ ਆ। ਬਹੁਤ ਕੁਝ ਇਹੋ ਜਿਹਾ ਹੋ ਰਿਹਾ। ਇਹ 'ਚ ਨਵਜੋਤ ਸਿੱਧੂ ਨੇ ਤਾਂ ਆਪਣੇ ਆਪ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਅੱਜ ਫੋਟੋ ਵੀ ਖਿਚਾਈ ਆ, ਪ੍ਰੈਸ ਕਾਨਫਰੰਸ ਵੀ ਨਾਲ ਕੀਤੀ ਆ, ਪਰ ਸ਼ਾਇਦ ਇਹ ਜਿਸ ਤਰੀਕੇ ਨਾਲ ਤੁਹਾਡੇ ਸ਼ਬਦਾਂ 'ਚ ਬੜੇ ਲੋਕਾਂ ਦੇ ਢਿੱਡ ਦੇ ਵਿੱਚ ਪੀੜ ਪੈਂਦੀ ਹੋਏਗੀ, ਤਾਂ ਪੀੜ ਜਿਹੜੀ ਆ ਇੱਕ ਖਾਸ ਸਰਦਾਰ ਦੇ ਢਿੱਡ 'ਚ ਜ਼ਰੂਰ ਹੋਗੀ। ਉਹਨੇ ਇਕੱਠੇ ਨਹੀਂ ਜੇ ਹੋਣ ਦੇਣਾ। ਕਾਂਗਰਸ, ਮੇਰਾ ਨਹੀਂ ਖਿਆਲ ਕਾਂਗਰਸ ਪਾਰਟੀ ਦਾ ਜਿਹੜਾ ਪਹੀਆ ਆ ਆਉਂਦਿਆਂ ਕੁਝ ਦਿਨਾਂ 'ਚ ਠੀਕ ਠਾਕ ਚੱਲੇ, ਪਰ ਪਰਮਾਤਮਾ ਦੇ ਅੱਗੇ ਸਾਨੂੰ ਦੁਆ ਇਹ ਕਰਨੀ ਚਾਹੀਦੀ ਹੈ, ਖਾਸ ਤੌਰ ਤੇ ਕਾਂਗਰਸ ਪਾਰਟੀ ਵਾਸਤੇ ਨਹੀਂ, ਪੰਜਾਬ ਦੇ ਲੋਕਾਂ ਵਾਸਤੇ, ਕਿ ਪੰਜਾਬ ਦੇ ਲੋਕਾਂ ਨੂੰ ਇੱਕ ਨਿਰਧਾਰਤ ਤੌਰ ਤੇ ਉਹ ਚੀਜ਼ਾਂ, ਉਹ ਸੁਪਨੇ ਜਾਂ ਉਹ ਵਾਅਦੇ ਜਿਹੜੇ ਕਾਂਗਰਸ ਪਾਰਟੀ 2017 'ਚ ਕਰਕੇ ਆਈ, ਉਹ ਪੰਜਾਬ ਦੇ ਲੋਕਾਂ ਦੇ ਵਾਅਦੇ ਜਾਂ ਦਾਅਵੇ ਉਹਨਾਂ ਲੋਕਾਂ ਨਾਲ ਪੂਰੇ ਹੋਣ। ਜੀ ਸਿੱਧੂ ਸਾਹਿਬ, ਕੀ ਲੱਗਦਾ ਕਿ ਹੁਣ ਨਵਜੋਤ ਦਾ ਅਗਲਾ ਪਲਾਨ ਕੀ ਰਹਿ ਸਕਦਾ? ਜੀ ਨਵਜੋਤ ਦਾ ਪਲਾਨ ਤਾਂ, ਨਵਜੋਤ ਸਿੱਧੂ ਦਾ ਪਲਾਨ, ਉਹਨੇ ਹਰ ਮੁੱਦੇ ਤੇ ਸਰਕਾਰ ਨੂੰ ਘੇਰਨਾ, ਹਰ ਮੁੱਦੇ ਦੇ ਉੱਤੇ ਉਹ ਮੁੱਦੇ, ਕਿਉਂਕਿ ਉਹਦੀ ਚਾਹੇ ਆਪਾਂ ਕਹਿ ਦਈਏ ਕਿ ਨਵਜੋਤ ਸਿੰਘ ਸਿੱਧੂ ਵਾਰ-ਵਾਰ ਚੇਤੇ ਕਰਾਊਗਾ ਕਿ ਭਾਈ ਹੁਣ ਆਹ ਮੁੱਦੇ ਰਹਿ ਗਏ, ਆਹ ਮੁੱਦੇ, ਕਿਉਂਕਿ ਮੈਂ ਵਾਰ-ਵਾਰ ਉਹੀ ਗੱਲ ਕਹਿ ਰਿਹਾ ਕਿ ਏਜੀ ਨੂੰ ਹਟਾਉਣਾ, ਡੀਜੀ ਨੂੰ ਹਟਾਉਣਾ ਮਸਲੇ ਦਾ ਹੱਲ ਨਹੀਂ।
ਮਸਲੇ ਦਾ ਹੱਲ ਇਹ ਹੈ ਕਿ ਜਦੋਂ ਇਹਨਾਂ ਮਾਮਲਿਆਂ ਦੇ ਵਿੱਚ ਇਨਸਾਫ ਹੋਊਗਾ। ਦੂਜੇ ਪਾਸੇ ਇਹ ਹੈ ਕਿ ਹੁਣ ਜੇਕਰ ਡੀਜੀ ਅਤੇ ਏਜੀ ਬਦਲ ਕੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਸਾਂਭ ਦਿੱਤੀ ਜਾਂਦੀ ਹੈ, ਇਹ ਹੁਣ ਸੰਗਠਨਾਤਮਕ ਢਾਂਚੇ ਵਾਲੇ ਪਾਸੇ ਨੂੰ ਤੁਰਨਗੇ ਨਵਜੋਤ ਸਿੰਘ ਸਿੱਧੂ, ਕਿਉਂਕਿ ਉਹ ਵੀ ਬੜੇ ਲੰਬੇ ਸਮੇਂ ਤੋਂ ਅੜਿਆ ਪਿਆ ਮਾਮਲਾ ਵਿੱਚ। ਸਮੇਂ ਦੀ ਲੋੜ ਤਾਂ ਇਹੋ ਹੀ ਆ ਕਿ ਸੰਗਠਨਾਤਮਕ ਢਾਂਚਾ ਜਿਹੜਾ ਪੰਜਾਬ ਕਾਂਗਰਸ ਦਾ ਉਸ ਨੂੰ ਮਜ਼ਬੂਤ ਕੀਤਾ ਜਾਵੇ, ਉਸ ਦਾ ਪੁਨਰ ਗਠਨ ਕੀਤਾ ਜਾਵੇ, ਕਿਉਂਕਿ ਉਹ ਢਾਂਚਾ ਮਜ਼ਬੂਤ ਕਰਨ ਦੀ ਤਾਂ ਬੜੀ ਦੂਰ ਦੀ ਗੱਲ ਆ ਕਿ ਉਹ ਅਜੇ ਉਹਦਾ ਗਠਨ ਵੀ ਨਹੀਂ ਹੋਇਆ, ਪੁਨਰ ਗਠਨ ਦੇ ਬਾਅਦ ਦੀ ਗੱਲ ਹੈ। ਸੋ ਅਜਿਹੀਆਂ ਗੱਲਾਂ ਦੇ ਅੰਤਰਗਤ ਚਾਹੀਦਾ ਤਾਂ ਇਹੋ ਹੀ ਆ ਕਿ ਨਵਜੋਤ ਸਿੱਧੂ ਇਹਦੇ ਨਾਲ ਹੀ ਨਾਲ ਕਾਂਗਰਸ ਦੇ ਸਮੁੱਚੇ ਢਾਂਚੇ ਨੂੰ ਗਠਿਤ ਕਰਨ ਜਿਹਦੇ ਆਧਾਰ ਤੇ ਪੰਜਾਬ ਦੇ ਵਿੱਚ ਦੁਬਾਰਾ 2022 ਦੀਆਂ ਚੋਣਾਂ ਜਿਹੜੀਆਂ ਲੜੀਆਂ ਜਾਣੀਆਂ ਨੇ। ਪਰ ਸਿੱਧੂ ਸਾਹਿਬ ਇਹਦੇ ਨਾਲ ਹੀ ਨਾਲ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਅਜੇ ਉਹ 18 ਨੁਕਾਤੀ ਪ੍ਰੋਗਰਾਮ ਜਿਹੜਾ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀ ਤਾਂ ਉਹ ਹੱਲ ਨਹੀਂ ਹੋਇਆ। ਫਿਰ ਉਹ 18 ਨੁਕਾਤੀ ਪ੍ਰੋਗਰਾਮ 5 ਨੁਕਾਤੀ ਰੂਪ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਬਦਲ ਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦਿੱਤਾ, ਉਹ ਫਿਰ ਵੀ ਹੱਲ ਨਹੀਂ ਹੋਇਆ। ਤੇ ਘੱਟੋ ਘੱਟ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਉਹ ਘੱਟ ਤੋਂ ਘੱਟ 5 ਨੁਕਾਤੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ। ਜਿਸ ਤਰੀਕੇ ਨਾਲ PPA ਦੇ ਬਿੱਲ ਜਿਹੜੀ ਸਮਝੌਤੇ ਰੱਦ ਕੀਤੇ, ਬੇਸ਼ੱਕ ਹੁਣ ਲੱਗਦਾ ਨਹੀਂਗਾ ਕਿ ਚਰਨਜੀਤ ਸਿੰਘ ਚੰਨੀ ਹੁਣੀ ਇਹੋ ਜਿਹੀ ਗਲਤੀ ਕਰਨਗੇ, ਕੋਈ ਅਜਿਹਾ ਫੈਸਲਾ ਇਕੱਲਿਆਂ ਤੌਰ ਤੇ ਜਾਂ ਸਰਦਾਰ ਦੇ ਪਿੱਛੇ ਲਾ ਕੇ ਲੈ ਲੈਣਗੇ, ਜਿਹੜੇ ਸਰਦਾਰ ਦੀ ਤੁਸੀਂ ਲਗਾਤਾਰ ਗੱਲ ਕਰਦੇ ਆ ਰਹੇ ਹੋ ਪ੍ਰੋਗਰਾਮ ਦੇ ਵਿੱਚ। ਲੱਗਦਾ ਨਹੀਂ ਕਿ ਹੁਣ ਚਰਨਜੀਤ ਸਿੰਘ ਚੰਨੀ ਉਹੋ ਜਿਹੀ ਗਲਤੀ ਕਰਨਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਖੋਂ ਪਰੋਖੇ ਕਰਕੇ ਜਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੇ ਪੁਆਇੰਟਾਂ ਦੇ ਨਾਲ ਜਾਣਕਾਰੀ ਸਾਂਝੀ ਕਰਕੇ ਜਾਂ ਉਹਨਾਂ ਦੇ ਵਿਊਜ਼ ਲੈਣ ਤੋਂ ਬਿਨਾਂ ਕੋਈ ਆਪਣੇ ਤੌਰ ਤੇ ਜਾਂ ਉਸ ਸਰਦਾਰ ਦੇ ਕਹਿਣ ਦੇ ਉੱਪਰ ਕੋਈ ਫੈਸਲਾ ਲੈ ਲੈਣਗੇ। ਜੇ ਫਿਰ ਵੀ ਲੈਣਗੇ ਤਾਂ ਮੈਨੂੰ ਲੱਗਦਾ ਫਿਰ ਚਰਨਜੀਤ ਸਿੰਘ ਚੰਨੀ ਵਰਗਾ ਕੋਈ ਸਿਆਸਤਦਾਨ ਇਹੋ ਜਿਹਾ ਕੋਈ ਹੋਊਗਾ ਨਹੀਂ ਜਿਹੜਾ ਬਿਨਾਂ ਗੱਲ ਤੋਂ ਗਲਤੀਆਂ ਕਰਕੇ ਆਪਣੀ ਬਣੀ ਬਣਾਈ ਖੇਡ ਜਿਹੜੀ ਵਿਗਾੜਦਾ। ਸਮੇਂ ਦੀ ਲੋੜ ਇਹੋ ਹੀ ਆ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਣੀ ਜੇਕਰ ਫੈਸਲਾ ਲੈਣਾ ਤੇ ਕਾਂਗਰਸ ਹਾਈ ਕਮਾਨ ਵੱਲੋਂ ਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਂ ਬਾਕੀ ਅਹੁਦੇਦਾਰਾਂ ਨੂੰ ਭਰੋਸੇ ਵਿੱਚ ਲੈ ਕੇ ਆਪਣਾ ਫੈਸਲਾ ਕਰਨ ਪੰਜਾਬ ਦੇ ਭਲੇ ਵਾਸਤੇ, ਨਾ ਕਿ ਆਪਣੀ ਕੁਰਸੀ ਜਿਸ ਵਿਅਕਤੀ ਨੇ ਦਵਾਈ ਆ ਤੇ ਉਸ ਕੁਰਸੀ ਮਿਲੀ ਦੇ ਇਜ਼ਵਾਨੇ ਵਜੋਂ ਉਹਦੇ ਅਹਿਸਾਨਾਂ ਥੱਲੇ ਇੰਨੇ ਹੀ ਦਬ ਜਾਣ ਕਿ ਪੰਜਾਬ ਦੇ ਲੋਕ ਕਦੇ ਵੀ ਉਹਨਾਂ ਨੂੰ ਮਾਫ ਨਾ ਕਰਨ। ਸਿੱਧੂ ਸਾਹਿਬ, ਲੋਕ ਸਭ ਬਹੁਤ ਸਿਆਣੇ ਨੇ, ਲੋਕ ਬਹੁਤ ਦੂਰ ਤੱਕ ਵੇਖਦੇ ਨੇ। ਸ਼ਾਇਦ ਸਾਡੀ ਸੋਚ ਤੁਹਾਡੀ ਮੇਰੀ ਜਿਹੜੀ ਆਪਣੀ ਡਿਸਕਸ਼ਨ ਆ ਅਸੀਂ ਤਾਂ ਇਸੇ ਕਮਰੇ 'ਚ ਬਹਿ ਕੇ ਕਰ ਸਕਦੇ ਹਾਂ, ਪਰ ਪੰਜਾਬ ਦੇ ਉਹ ਲੋਕ ਵੇਖਦੇ ਆ ਕਿ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ। ਜੇਕਰ ਇੱਕ ਵਿਅਕਤੀ ਜਾ ਕੇ ਕਰਤਾਰਪੁਰ ਕਾਰੀਡੋਰ ਤੇ ਜਾ ਕੇ ਅਰਦਾਸ ਕਰਦਾ ਤੇ ਦੂਜਾ ਵਿਅਕਤੀ ਉੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੀ ਗੱਲ ਕਰਦਾ ਤੇ ਤੀਜਾ ਵਿਅਕਤੀ ਇਹੋ ਜਿਹਾ ਵੀ ਆ ਕਿ ਜਦੋਂ ਸ਼ਬਦਾਵਲੀ ਉਹ ਬੋਲਦਾ ਹਮ ਐਸੇ ਕਰਦੇ ਕਿ ਵਜ਼ੀਰ ਉਰਦੂ ਕੇ ਸ਼ਬਦ ਐਸੇ ਹੈ, ਤਾਂ ਫਿਰ ਗੱਲਾਂ ਤਾਂ ਸਿੱਧੂ ਸਾਹਿਬ ਉੱਠਣੀਆਂ ਹੀ ਆ। ਤਾਂ ਉਸ ਪ੍ਰਭਾਵ ਚੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਕਲਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਕੇਵਲ ਅਸਾਨਾਂ ਥੱਲੇ ਦੱਬਿਆ ਵਿਅਕਤੀ ਨਹੀਂ ਹੋਣਾ ਚਾਹੀਦਾ, ਉਹਨੂੰ ਲੋਕਾਂ ਦੀ ਲੋਕਤੰਤਰੀ ਪ੍ਰਣਾਲੀ ਦੀ ਕਦਰ ਕਰਨੀ ਚਾਹੀਦੀ ਹੈ। ਜਿਸ ਪਾਰਟੀ ਨੇ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤੇ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ABCD ਕੋਈ ਵੀ ਹੋਵੇ, ਉਹਦੇ ਕਹਿਣ ਅਨੁਸਾਰ ਉਹਨੂੰ ਭਰੋਸੇ ਦੇ ਵਿੱਚ ਲੈ ਕੇ ਹੀ ਪੰਜਾਬ ਦੇ ਜਿੰਨਾ ਕੁ ਉਹਨਾਂ ਕੋਲ ਟਾਈਮ ਬਚਿਆ ਉਹਦੇ ਭਵਿੱਖ ਸੰਬੰਧੀ ਫੈਸਲਾ ਕਰਨਾ ਚਾਹੀਦਾ, ਤਾਂ ਜੋ ਲੋਕ ਆਉਂਦਿਆਂ ਦਿਨਾਂ 'ਚ ਤੁਹਾਡੇ ਭਵਿੱਖ ਤੇ ਤੁਹਾਡੀ ਪਾਰਟੀ ਦੇ ਭਵਿੱਖ ਸੰਬੰਧੀ ਫੈਸਲਾ ਕਰ ਸਕਣ। ਜੀ ਸਰ, ਬਾਕੀ ਸਾਹਿਬ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅੜਕੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅੜਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।